ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਕਹਿ ਲਿਹੋ ਅੰਗੁਰੀਆ ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲਹਿ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੀ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ਬੇਸਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹਲਾ ਪੰਜਵਾ ਜੋ ਪਾਥਰ ਕੋ ਕਹਤੇ ਦੇਵ ਤਾਹੀ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਣੀ ਪਾਏ ਤਿਸ ਕੀ ਕਾਲ ਅਜਾਈ ਜਾਏ ਜੋ ਪਾਥਰ ਕੋ ਕਹਤੇ ਦੇਵ ਤਾਕੀ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਣੀ ਪਾਏ ਤਿਸ ਕੀ ਕਾਲ ਅਜਾਈ ਜਾਏ ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆ ਕੋ
ਪ੍ਰਭ ਦਾਨ ਦੇਤਾ ਰਹਾਉ। ਅੰਤਰ ਦਿਓ ਨਾ ਜਾਣੈ ਅੰਧ, ਭ੍ਰਮ ਕਾ ਮੋਹਿਆ ਪਾਵੈ ਫੰਦ। ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਰਫਲ ਹੈ ਸੇਵ। ਜੇ ਮ੍ਰਿਤਕ ਕੋ ਚੰਦਨ ਚੜਾਵੈ, ਉਸ ਤੇ ਕਹੋ ਕਵਨ ਫਲ ਪਾਵੈ। ਜੇ ਮ੍ਰਿਤਕ ਕੋ ਬਿਸਟਾ ਮਾਹੇ ਰੁਲਾਈ, ਤਾਂ ਮ੍ਰਿਤਕ ਕਾ ਕਿਆ ਘਟ ਜਾਈ। ਕਹਿਤ ਕਬੀਰ ਕੋ ਕਹੋ ਪੁਕਾਰ, ਸਮਝ ਦੇਖ ਸਾਖਤ ਗਾਵਾਰ। ਦੂਜੈ ਭਾਏ ਬਹੁਤ ਕਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਕਹਿਤ ਕਬੀਰ ਕੋ ਕਹੋ ਪੁਕਾਰ, ਸਮਝ ਦੇਖ ਸਾਖਤ ਗਾਵਾਰ। ਦੂਜੈ ਭਾਏ ਬਹੁਤ ਕਰ ਗਾਲੇ, ਰਾਮ ਭਗਤ ਹੈ ਸਦਾ ਸੁਖਾਲੇ। ਮਹਲਾ ਪੰਜਵਾ। ਜੋ ਪਾਥਰ ਕੋ ਕਹਤੇ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਚਵਰ ਛਤਰ ਦੇ ਮਾਲਕ, ਜੁਗੋ ਜੁਗ ਅਟਲ ਪਤਿਤ ਪਾਵਨ, ਭਗਤ ਵਛਲ ਕਰਨਾ ਨਿਧਾਨ। ਅੰਤਰਜਾਮੀ ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ, ਗੁਰੂ ਰੂਪ ਖਾਲਸਾ ਸਾਧ ਸੰਗਤ। ਸਤਿਗੁਰੂ ਸਾਹਿਬਾਂ ਦੀ ਅਪਾਰ ਕਿਰਪਾ ਦਇਆ ਸਦਕਾ ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਅੰਮ੍ਰਿਤ ਬਾਣੀ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਘਰ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ ਹੈ। ਗੁਰੂ ਘਰ ਦੀ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਸਾਹਿਬਾਂ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਲਾ ਪੰਜਵਾ। ਜੋ ਪਾਥਰ ਕੋ ਕਹਤੇ ਦੇਵ। ਸਾਧ ਸੰਗਤ, ਭੈਰੋ ਰਾਗ ਦੇ ਅੰਦਰ ਭਗਤ ਕਬੀਰ ਜੀ ਦੀ ਰਸਨਾ ਦੁਆਰਾ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ। 11 ਸ਼ਬਦ ਅਸੀਂ ਪਿੱਛੇ ਕਥਾ ਸਰਵਣ ਕੀਤੀ ਹੈ। ਇਸ ਸ਼ਬਦ ਅੰਦਰ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭਗਤ ਕਬੀਰ ਜੀ ਦੇ ਤਾਈਂ ਸਿਰਪਾਉ ਬਖਸ਼ਿਸ਼ ਕਰਦੇ ਹਨ। ਜਿਸ ਦੇ ਤਾਈਂ ਸਿਰਪਾਉ ਦੀ ਬਖਸ਼ਿਸ਼ ਹੋਵੇ, ਉਹ ਸਿਰਪਾਉ ਉਸੇ ਦਾ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਸ਼ਬਦ ਜਿਹੜਾ ਹੈ ਭਗਤ ਕਬੀਰ ਜੀ ਦਾ ਸਮਝਣਾ
ਸਤਿਗੁਰੂ ਮਹਾਰਾਜ ਜੀ ਨੇ ਇੱਥੇ ਅੰਮ੍ਰਿਤ ਬਾਣੀ ਦੀ ਏਕਤਾ ਵੀ ਦੱਸੀ ਹੈ, ਅਭੇਦਤਾ ਨੂੰ ਦਰਸਾਉਣਾ ਕੀਤਾ ਹੈ। ਭਗਤ ਕਬੀਰ ਜੀ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਭਗਤ ਕਬੀਰ ਜੀ ਦੀ ਬਾਣੀ ਹੈ। ਭਗਤ ਪ੍ਰਮਾਤਮਾ ਦੇ ਵਿੱਚ ਮਿਲੇ ਹੋਏ ਨੇ ਔਰ ਇੱਥੇ ਸਤਿਗੁਰੂ ਜੀ ਪਖੰਡ ਦੂਰ ਕਰਨ ਵਾਸਤੇ ਭਗਤ ਜੀ ਦੀ ਰਸਨਾ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਜੋ ਪਾਥਰ ਕੋ ਕਹਿਤੇ ਦੇਵ, ਜੋ ਭਾਈ ਸੰਸਾਰ ਦੇ ਵਿੱਚ ਪੱਥਰ ਦੇ ਤਾਈ ਦੇਵਤਾ ਮੰਨਦੇ ਹਨ, ਪ੍ਰਕਾਸ਼ ਵਾਲਾ ਮੰਨਦੇ ਨੇ ਕਿ ਇਸ ਦੀ ਪੂਜਾ ਕਰਨੀ ਚਾਹੀਦੀ ਹੈ, ਉਸ ਦੇ ਤਾਈ ਨਮਸਕਾਰਾਂ ਕਰਦੇ ਨੇ, ਪੱਥਰ ਨੂੰ ਹੀ ਸਭ ਕੁਝ ਸਮਝਦੇ ਹਨ। ਉਹਨਾਂ ਦੀ ਜਿਹੜੀ ਸੇਵਾ ਕੀਤੀ ਹੈ ਇਹ ਵਿਅਰਥ ਹੋ ਰਹੀ ਹੈ, ਕਿਸੇ ਕੰਮ ਨਹੀਂ, ਕਿਸੇ ਅਰਥ ਨਹੀਂ। ਉਹਨਾਂ ਦਾ ਸਭ ਕੁਝ ਕੀਤਾ ਹੋਇਆ ਉਸ ਵਿਅਰਥ ਹੈ, ਖਾਲੀ ਚਲਿਆ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਜੀਵ ਪੱਥਰਾਂ ਦੀ ਪੂਜਾ ਕਰਦੇ ਹਨ ਉਹਨਾਂ ਦੀ ਘਾਲ ਕਮਾਈ ਕਦੇ ਵੀ ਸਫਲ ਹੀ ਨਹੀਂ ਹੁੰਦੀ। ਜੋ ਪਾਥਰ ਕੀ ਪਾਣੀ ਪਾਏ, ਜੋ ਜੀਵ ਪੱਥਰਾਂ ਦੇ ਚਰਣੀ ਜਾ ਕਰਕੇ ਪੈਂਦੇ ਨੇ, ਪੱਥਰਾਂ ਨੂੰ ਪੂਜਨ ਕਰਦੇ ਹਨ, ਇਸ ਕੀ ਘਾਲ ਅਜਾਈ ਜਾਏ, ਉਹਨਾਂ ਦੀ ਜਿਹੜੀ ਘਾਲ ਕਮਾਈ ਹੈ ਭਾਵੇਂ ਉਹ ਕਈ ਸਾਲਾਂ ਤੋਂ ਇਹ ਪੂਜਾ ਕਰਦੇ ਪਏ ਹੋਣ ਔਰ ਜਿੰਨੀ ਵੀ ਉਹਨਾਂ ਨੇ ਕਮਾਈ ਕੀਤੀ ਹੈ, ਨੇਮ ਬਣਾਇਆ ਹੋਵੇ, ਸਤਿਗੁਰੂ ਕਹਿੰਦੇ ਅਜਾਈ ਵਿਅਰਥ ਹੀ ਚਲੀ ਜਾਂਦੀ, ਉਹ ਕਿਸੇ ਕੰਮ ਨਹੀਂ ਆਉਂਦੀ, ਉਹ ਕੀਤੀ ਹੋਈ ਕਮਾਈ ਕਿਸੇ ਅਰਥ ਨਹੀਂ ਲੱਗਦੀ। ਗੁਰੂ ਪਾਤਸ਼ਾਹ ਨੇ ਵਾਰ-ਵਾਰ ਸਾਨੂੰ ਸਮਝਾਇਆ, ਜਿੱਥੇ ਸਤਿਗੁਰੂ ਬਚਨ ਕਰਦੇ ਹਨ, ਸਤਿਗੁਰ ਮਿਲੇ ਤਾਂ ਸਹਿਸਾ ਜਾਈ। ਜਦੋਂ ਗੁਰੂ ਨਾਲ ਮਿਲੇ ਤਦੋਂ ਮਨ ਵਿੱਚੋਂ ਸਹਿਸਾ ਸ਼ੰਕਾ ਹੀ ਚਲਿਆ ਗਿਆ। ਕਿਸ ਹਉ ਪੂਜਾ ਦੂਜਾ ਨਜ਼ਰ ਨਾ ਆਈ। ਭਗਤ ਨਾਮਦੇਵ ਜੀ ਕਹਿੰਦੇ ਅਸੀਂ ਕਿਹਦੀ ਪੂਜਾ ਕਰੀਏ, ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਦਿਸਦਾ ਹੀ ਨਹੀਂ, ਇੱਕ ਵਾਹਿਗੁਰੂ ਹੀ ਸਾਨੂੰ ਸਭ ਕੁਝ ਦਿਸ ਰਿਹਾ ਹੈ। ਜੇ ਉਹ ਦਿਓ ਤਾਂ ਉਹ ਵੀ ਦੇਵਾ। ਭਗਤ ਜੀ ਕਹਿੰਦੇ ਏਕੈ ਪਾਥਰ ਕੀਜੈ ਭਾਉ, ਦੂਜੈ ਪਾਥਰ ਧਰਿਐ ਪਾਉ। ਇੱਕ ਪੱਥਰ ਨੂੰ ਤਾਂ ਮਨੁੱਖ ਭਗਵਾਨ ਮੰਨ ਕੇ ਉਹਦੀ ਪੂਜਾ ਕਰਦਾ ਹੈ, ਬੜਾ ਸਤਿਕਾਰ ਕਰਦਾ ਹੈ, ਨਮਸਕਾਰਾਂ ਕਰਦਾ ਹੈ। ਦੂਜੇ ਥਾਂ ਤੇ ਪੱਥਰ ਪਿਆ ਹੋਵੇ ਉਹਦੇ ਉੱਪਰ ਪੈਰ ਰੱਖ ਕੇ ਲੰਘ ਜਾਂਦਾ ਹੈ ਤਾਂ ਉਹ ਵੀ ਪੱਥਰ ਜਿਹੜਾ ਮੰਦਿਰ ਦੇ ਵਿੱਚ ਟਿਕਿਆ ਹੋਇਆ, ਜਿਹਨੂੰ ਨਮਸਕਾਰਾਂ ਹੋ ਰਹੀਆਂ ਨੇ, ਪੂਜਾ ਹੋ ਰਹੀ ਹੈ, ਤੇ ਉਹ ਵੀ ਪੱਥਰ ਹੈ ਜਿਹਦੇ ਉੱਪਰ ਲੋਕ ਪੈਰ ਰੱਖ ਦਿੰਦੇ ਨੇ। ਜੇ ਉਹ ਦਿਓ ਤਾਂ ਉਹ ਵੀ ਦੇਵਾ। ਜੇ ਪੂਜਿਆ ਜਾਣ ਵਾਲਾ ਪੱਥਰ ਦੇਵਤਾ ਹੈ ਤਾਂ ਭਗਤ ਜੀ ਕਹਿੰਦੇ ਜਿਸ ਉੱਪਰ ਤੁਸੀਂ ਪੈਰ ਰੱਖ ਰਹੇ ਹੋ ਉਹ ਵੀ ਭਾਈ ਦੇਵਤਾ ਹੀ ਹੈ। ਬਸ ਫਰਕ ਇੰਨਾ ਹੀ ਹੈ ਕਿ ਇੱਕ ਨੂੰ ਘਾੜੇ ਨੇ ਕਲਾਕਾਰੀ ਦੇ ਨਾਲ ਘੜ ਕਰਕੇ ਮੂਰਤ ਬਣਾ ਦਿੱਤੀ ਹੈ, ਉਹਦੇ ਵਿੱਚੋਂ ਇੱਕ ਮੂਰਤ ਨਜ਼ਰ ਆਉਣ ਲੱਗ ਪਈ। ਤਾਂ ਇਸ ਤਰ੍ਹਾਂ ਭਗਤ ਜੀ ਨੇ ਬਚਨ ਕੀਤਾ, ਕਹੇ ਨਾਮ ਦਿਓ ਹਮ ਹਰ ਕੀ ਸੇਵਾ। ਅਸੀਂ ਤਾਂ ਭਾਈ ਪਰਮਾਤਮਾ ਦੀ ਸੇਵਾ ਕਰਦੇ ਹਾਂ। ਸੰਸਾਰ ਦੇ ਵਿੱਚ ਜੀਵ ਪਰਮਾਤਮਾ ਤੋਂ ਭੁੱਲ ਕਰਕੇ ਪੱਥਰਾਂ ਨੂੰ ਪੂਜਦੇ ਹਨ।
ਮੜੀਆਂ ਮਸਾਨਾਂ 'ਤੇ ਜਾਂਦੇ ਨੇ, ਭਟਕਦੇ ਰਹਿੰਦੇ ਹਨ। ਪੱਥਰ ਦੇ ਨਿਆਈ ਜਿਹੜੀਆਂ ਜੜ ਦੇਹਾਂ ਹਨ, ਉਹਨਾਂ ਨੂੰ ਪੂਜਦੇ ਨੇ। ਕਈ ਦੇਹ ਨੂੰ ਪੂਜੀ ਜਾਂਦੇ ਨੇ ਵੀ ਫਲਾਣੇ ਦੀ ਦੇਹ ਬੜੀ ਪੂਜਨੀਕ ਹੈ। ਉਹਨਾਂ ਦੀ ਵੀ ਸਤਿਗੁਰੂ ਕਹਿੰਦੇ ਜਿਹੜੀ ਘਾਲ ਕਮਾਈ ਹੁੰਦੀ ਹੈ ਵਿਅਰਥ ਹੋ ਜਾਂਦੀ ਹੈ, ਜਿਹੜੇ ਦੇਹਾਂ ਦੇ ਤਾਈ ਮੱਥਾ ਟੇਕਦੇ ਨੇ, ਪੂਜਦੇ ਨੇ। ਇਸ ਤਰ੍ਹਾਂ ਜਿੱਥੇ ਪਹਿਲੇ ਪਾਤਸ਼ਾਹ ਜੀ ਨੇ ਦੱਸਿਆ ਕਿ ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ, ਨਾਰਦ ਕਹਿਆ ਸੇ ਪੂਜ ਕਰਾਹੀ। ਜਿਹੜੇ ਹਿੰਦੂ ਲੋਕ ਨੇ ਉਹ ਮਹਾਰਾਜ ਕਹਿੰਦੇ ਮੂਲੇ ਹੀ ਭੁੱਲੇ ਹੋਏ ਹਨ, ਔਰ ਅਖੁੱਟੀ ਜਾਹੀ, ਉਹਨਾਂ ਦੀ ਜਿੰਨੀ ਘਾਲ ਕਮਾਈ ਹੈ ਵਿਅਰਥ ਚਲੀ ਜਾਂਦੀ ਹੈ। ਨਾਰਦ ਜੀ ਨੇ ਉਹਨਾਂ ਨੂੰ ਪੂਜਾ ਕਰਨ ਵਾਸਤੇ ਲਾ ਦਿੱਤਾ ਕਿ ਤੁਸੀਂ ਪੱਥਰਾਂ ਦੀ ਪੂਜਾ ਕਰੋ, ਕਿਉਂਕਿ ਸਾਧ ਸੰਗਤ ਪਹਿਲਾਂ ਮੂਰਤਾਂ ਨਹੀਂ ਬਣਾਈਆਂ ਜਾਂਦੀਆਂ ਸਨ। ਪੱਥਰ ਘਾੜੇ ਜਿਹੜੇ ਸਨ, ਪੱਥਰਾਂ ਨੂੰ ਘੜ ਘੜ ਕੇ ਇੱਕ ਬੁੱਤ ਬਣਾ ਦਿੰਦੇ ਸੀ, ਔਰ ਉਸ ਬੁੱਤ ਦੇ ਵਿੱਚੋਂ ਇੱਕ ਰੂਪ ਨਜ਼ਰ ਆਉਣ ਲੱਗ ਜਾਂਦਾ ਸੀ। ਤੇ ਜਦੋਂ ਇਹ ਪੂਜਾ ਸ਼ੁਰੂ ਹੋਈ, ਕਹਿੰਦੇ ਉਹ ਇੱਕ ਪਛਾਣ ਵਾਸਤੇ ਕਿ ਇਸ ਤਰ੍ਹਾਂ ਦਾ ਭਗਵਾਨ ਹੈ, ਪਰਮਾਤਮਾ ਦੇ ਅਵਤਾਰ ਇਸ ਤਰ੍ਹਾਂ ਦੇ ਨੇ, ਪੈਗੰਬਰ ਇਸ ਤਰ੍ਹਾਂ ਦੇ ਨੇ, ਲੋਕ ਪੂਜਾ ਕਰਿਆ ਕਰਦੇ। ਪਰ ਹੌਲੀ ਹੌਲੀ ਅਗਿਆਨਤਾ ਇੰਨੀ ਵੱਧ ਗਈ ਕਿ ਲੋਕਾਂ ਨੇ ਪੱਥਰਾਂ ਵਿੱਚੋਂ ਹੀ ਰੱਬ ਨੂੰ ਦੇਖਣਾ ਸ਼ੁਰੂ ਕਰ ਦਿੱਤਾ, ਪੱਥਰ ਨੂੰ ਹੀ ਰੱਬ ਪੂਜਣਾ ਸ਼ੁਰੂ ਕਰ ਦਿੱਤਾ। ਅੰਧੇ ਗੂੰਗੇ ਅੰਧ ਅੰਧਾਰ, ਪਰ ਮਹਾਰਾਜ ਕਹਿੰਦੇ ਉਹ ਤਾਂ ਅੰਨਾ ਹੈ, ਪੱਥਰ ਨੂੰ ਕਿਹੜਾ ਅੱਖੀਆਂ ਲੱਗੀਆਂ ਨੇ, ਉਹਨੂੰ ਕਿਹੜਾ ਜ਼ੁਬਾਨ ਲੱਗੀ ਹੈ। ਤੇ ਮਨੁੱਖ ਵੀ ਇਸ ਤਰ੍ਹਾਂ ਹੀ ਉਹਦੀ ਪੂਜਾ ਕਰਦਾ ਹੈ, ਦਿਸਦਾ ਵੀ ਹੈ ਕਿ ਇਹ ਪੱਥਰ ਹੈ, ਫਿਰ ਵੀ ਉਹਨੂੰ ਪਰਮਾਤਮਾ ਮੰਨਦਾ ਹੈ। ਸੁਣਦਾ ਵੀ ਹੈ ਕਿ ਇਸ ਪੱਥਰ ਵਿੱਚੋਂ ਪਰਮਾਤਮਾ ਨਹੀਂ ਮਿਲਣਾ, ਫਿਰ ਵੀ ਉਸ ਨੂੰ ਪਰਮਾਤਮਾ ਮੰਨੀ ਜਾਂਦਾ ਹੈ। ਉਹ ਆਪ ਡੁੱਬੇ ਤੁਮ ਕਹਾ ਤਰਨਹਾਰ। ਸਤਿਗੁਰੂ ਕਹਿੰਦੇ ਜਦੋਂ ਪੱਥਰ ਪਾਣੀ ਵਿੱਚ ਆਪ ਨਹੀਂ ਤਰ ਸਕਦਾ ਤੇ ਉਹ ਤੈਨੂੰ ਕਿਵੇਂ ਤਾਰ ਦੇਵੇਗਾ। ਪੱਥਰ ਦੇ ਵਿੱਚੋਂ ਪਰਮਾਤਮਾ ਨਹੀਂ ਮਿਲਦਾ, ਪੱਥਰ ਤੇ ਵਿਸ਼ਵਾਸ ਰੱਖਣ ਵਾਲਾ ਕਦੇ ਵੀ ਜੀਵ ਤਰ ਨਹੀਂ ਸਕਦਾ। ਇਸ ਲਈ ਮਹਾਰਾਜ ਨੇ ਬਚਨ ਕੀਤੇ, ਪਾਹਨ ਨਾਵ ਨਾ ਪਾਰ ਕਰਾਮੀ। ਪੱਥਰ ਨਾ ਹੀ ਨਾਵ ਦੀ ਤਰ੍ਹਾਂ, ਬੇੜੀ ਦੀ ਤਰ੍ਹਾਂ ਤਰਦਾ ਹੈ, ਤੇ ਨਾ ਹੀ ਕਿਸੇ ਨੂੰ ਪਾਰ ਕਰ ਸਕਦਾ ਹੈ। ਜੋ ਜੀਵ ਪੱਥਰਾਂ ਦੀ ਪੂਜਾ ਕਰਦੇ ਨੇ, ਉਹਨਾਂ ਦੀ ਕੀਤੀ ਹੋਈ ਸਾਰੀ ਘਾਲ ਕਮਾਈ ਅਜਾਈ ਵਿਅਰਥ ਚਲੀ ਜਾਂਦੀ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲੈਂਗ ਗਲੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ। ਕੋ ਬਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਤਾਇਓ। ਗੁਰੂ ਸਾਹਿਬ ਨੇ ਬਚਨ ਕੀਤੇ, ਭਾਈ ਕੋਈ ਪੱਥਰਾਂ ਨੂੰ ਪੂਜੀ ਜਾਂਦਾ ਹੈ, ਕੋਈ ਕਬਰਾਂ ਨੂੰ ਪੂਜੀ ਜਾਂਦਾ ਹੈ, ਪਰ ਇਹ ਜਿਹੜੀ ਸੰਸਾਰ ਵਿੱਚ ਝੂਠੀ ਪ੍ਰਕਿਰਿਆ ਆਰੰਭ ਹੋਈ ਹੈ, ਕੂਰ ਕਿਰਿਆ ਔਰ ਜੋ ਸਭ ਹੀ ਜਗ, ਇਸ ਝੂਠੀ ਪ੍ਰਕਿਰਿਆ ਦੇ ਵਿੱਚ ਸਾਰਾ ਹੀ ਸੰਸਾਰ ਉਲਝਿਆ ਪਿਆ ਹੈ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਪਰਮਾਤਮਾ ਦਾ ਕਿਸੇ ਨੇ ਭੇਦ ਨਹੀਂ ਪਾਇਆ, ਉਸ ਨੂੰ ਜਾਣਿਆ ਨਹੀਂ। ਉਹ ਵਾਹਿਗੁਰੂ ਇੱਕ ਹੀ ਹੈ ਨਾ, ਸਾਰਿਆਂ ਦੇ ਤਾਈਂ, ਪਰ ਸੰਸਾਰ ਦੇ ਵਿੱਚ ਪੈਦਾ ਕਰਨ ਵਾਲਾ, ਪ੍ਰਤਪਾਲਣਾ ਕਰਨ ਵਾਲਾ, ਰੱਖਿਆ ਕਰਨ ਵਾਲਾ ਉਹ ਇੱਕ ਹੀ ਹੈ, ਜੋ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਇੱਕ ਪਰਮਾਤਮਾ ਹੀ ਹੈ, ਜਿਸ ਨੇ ਉਸ ਨੂੰ ਛੱਡ ਕੇ ਪੱਥਰਾਂ ਦੀ ਪੂਜਾ ਕੀਤੀ ਹੈ, ਜੜ ਦੇਹਾਂ ਦੀ ਪੂਜਾ ਕੀਤੀ ਹੈ,
ਤਿਸ ਕੀ ਕਾਲ ਅਜਾਈ ਜਾਏ, ਉਸ ਦੀ ਕੀਤੀ ਕਾਲ ਕਮਾਈ ਅਜਾਈ ਵਿਅਰਥ ਚਲੀ ਜਾਂਦੀ ਹੈ। ਠਾਕੁਰ ਹਮਰਾ ਸਦ ਬੋਲੰਤਾ। ਭਗਤ ਜੀ ਕਹਿੰਦੇ, ਭਾਈ ਜੋ ਸਾਡਾ ਠਾਕੁਰ ਮਾਲਕ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੈ, ਉਹ ਤਾਂ ਸਦਾ ਹੀ ਬੋਲਦਾ, ਘਟਾਂ ਘਟਾਂ ਵਿੱਚ ਬੋਲ ਰਿਹਾ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਬੋਲਤ ਹੈ ਨਹੀਂ ਹੋਰ। ਸਾਰਿਆਂ ਵਿੱਚ ਪਰਮਾਤਮਾ ਹੀ ਹੈ ਨਾ, ਪਰਮਾਤਮਾ ਹੀ ਬੋਲ ਰਿਹਾ ਹੈ ਔਰ ਸੁਣਦਾ ਵੀ ਹੈ। ਸਦ ਸੁਣਦਾ ਸਦ ਵੇਖਦਾ, ਕਿਉ ਮੁੱਕਰ ਪਿਆ ਚਾਏ। ਉਹ ਵਾਹਿਗੁਰੂ ਤਾਂ ਸਾਰਿਆਂ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ ਔਰ ਸਾਰਿਆਂ ਦੇ ਤਾਈਂ ਬੁਲਾਉਣ ਵਾਲਾ ਵੀ ਹੈ। ਸਰਬ ਜੀਆ ਕੋ ਪ੍ਰਭ ਦਾਨ ਦਿੱਤਾ। ਉਹ ਪਰਮੇਸ਼ਰ ਪ੍ਰਭੂ ਸਾਰੇ ਜੀਆਂ ਦੇ ਤਾਈਂ ਦਾਨ ਵੀ ਦੇਣ ਵਾਲਾ ਹੈ, ਦਾਤਾਂ ਦੇਣ ਵਾਲਾ ਹੈ, ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ। ਸਰਬ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਉਸ ਪਰਮਾਤਮਾ ਨੇ ਜਿੰਨੇ ਹੀ ਖਜ਼ਾਨੇ ਹਨ, ਨੌ ਨਿਧੀਆਂ, ਇਹ ਸਾਰੇ ਆਪਣੇ ਹੱਥ 'ਤੇ ਰੱਖੇ ਹੋਏ ਨੇ। ਆਪਣੇ ਭਗਤਾਂ ਦੇ ਤਾਈਂ ਖਜ਼ਾਨੇ ਬਖਸ਼ੇ ਨੇ। ਸੰਸਾਰ ਦੇ ਤਾਈਂ ਜੀਵਾਂ ਦੇ ਜੀਵਨ ਚਲਾਉਣ ਵਾਸਤੇ ਵਾਹਿਗੁਰੂ ਪਰਮਾਤਮਾ ਨੇ ਕਿਸੇ ਨੂੰ ਜੀਵਨ ਦਾ ਦਾਨ ਦਿੱਤਾ ਹੈ, ਕਿਸੇ ਨੂੰ ਸਵਾਸਾਂ ਦਾ ਦਾਨ ਦਿੱਤਾ ਹੈ, ਰੋਜੀ ਦਾ ਦਾਨ ਦਿੱਤਾ ਹੈ, ਕਿਸੇ ਨੂੰ ਵੱਖ ਵੱਖ ਦਾਤਾਂ ਬਖਸ਼ ਕੇ ਇਹ ਸਾਰੇ ਹੀ ਦਾਨ ਕਰ ਰਿਹਾ ਹੈ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਸਾਰੀਆਂ ਦਾਤਾਂ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਨੇ। ਜੋਰ ਨਾ ਜੀਵਨ ਮਰਨ ਨਹਿ ਜੋਰ, ਕਿਸੇ ਦਾ ਨਾ ਹੀ ਜੀਵਨ ਜਿਉਣ ਵਿੱਚ ਜ਼ੋਰ ਹੈ ਤੇ ਨਾ ਹੀ ਮੌਤ 'ਤੇ। ਮੌਤ ਤੋਂ ਮਨੁੱਖ ਡਰਦਾ ਹੈ ਤੇ ਜੀਵਨ ਜਿਉਣ ਵਿੱਚ ਵੀ ਜ਼ੋਰ ਨਹੀਂ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਸਾਰਾ ਹੀ ਉਸ ਨੇ ਸੰਸਾਰ ਦੇ ਤਾਈਂ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਔਰ ਸਾਰਿਆਂ ਦੇ ਤਾਈਂ ਉਹ ਪਰਮਾਤਮਾ ਹੀ ਦਾਨ ਦੇ ਰਿਹਾ ਹੈ। ਰਹਾਉ ਅੰਤਰ ਦਿਓ ਨਾ ਜਾਣੈ ਅੰਧ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਨੇ, ਪ੍ਰਭੂ ਪਰਮਾਤਮਾ ਤੇਰੇ ਅੰਦਰ ਹੈ। ਦਿਓ ਜੋ ਪ੍ਰਕਾਸ਼ ਸਰੂਪ ਹੈ, ਤੈਨੂੰ ਜੀਵਨ ਦੇਣ ਵਾਲਾ ਉਹ ਤੇਰੇ ਅੰਦਰ ਹੈ। ਨਾ ਜਾਣੈ ਅੰਧ, ਪਰ ਇਹ ਅਗਿਆਨਤਾ ਵਿੱਚ ਫਸਿਆ ਹੋਇਆ ਮੋਹ ਮਾਇਆ ਦੇ ਅੰਦਰ ਇਹ ਜੀਵ ਪਰਮਾਤਮਾ ਨੂੰ ਜਾਣਦਾ ਹੀ ਨਹੀਂ, ਪਛਾਣਦਾ ਹੀ ਨਹੀਂ ਆਪਣੇ ਹਿਰਦੇ ਦੇ ਵਿੱਚੋਂ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਪੋਪ ਮਦ ਚਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਛਾਈ। ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜਹੁ ਪਾਈ। ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ, ਸੀਸੇ ਦੇ ਵਿੱਚ ਪਰਛਾਈ ਹੈ, ਪ੍ਰਤੀਬਿੰਬ ਹੈ। ਸਤਿਗੁਰੂ ਮਹਾਰਾਜ ਕਹਿੰਦੇ, ਤੇਰੇ ਅੰਦਰ ਉਸ ਪਰਮਾਤਮਾ ਦਾ ਵਸ ਹੈ। ਉਹ ਵਾਹਿਗੁਰੂ ਪਰਮਾਤਮਾ ਤੇਰੇ ਅੰਦਰ ਹੈ, ਪਰ ਉਸ ਨੂੰ ਤੂੰ ਖੋਜ ਨਾ ਕਰ। ਸ਼ਬਦ ਨਾਲ ਮਿਲ ਕਰਕੇ, ਨਾਮ ਨੂੰ ਜਪ ਕਰਕੇ ਵਾਹਿਗੁਰੂ ਦੀ ਖੋਜ ਕਰ। ਜਦੋਂ ਤੂੰ ਉਸ ਨੂੰ ਖੋਜੇਂਗਾ, ਅੰਦਰੋਂ ਲੱਭ ਜਾਵੇਗਾ। ਹੈ ਅੰਦਰ, ਪਰ ਇਹ ਜੀਵ ਮਾਇਆ ਵਿੱਚ ਭੁੱਲਿਆ ਹੋਇਆ ਹੈ, ਉਸ ਦੇ ਤਾਈਂ ਜਾਣਦਾ ਨਹੀਂ, ਅੰਨਾ ਬਣ ਰਿਹਾ ਹੈ। ਜਿਵੇਂ ਅੰਨੇ ਮਨੁੱਖ ਦੇ ਕੋਲ, ਸੂਰਮੇ ਦੇ ਕੋਲ ਨੇਤਰ ਨਹੀਂ ਹੁੰਦੇ, ਇਸ ਤਰ੍ਹਾਂ ਹੀ ਇਹਦੇ ਕੋਲ
ਵਿਰਾਗ ਤੇ ਗਿਆਨ ਰੂਪ ਨੇਤਰ ਨਹੀਂ ਹਨ। ਔਰ ਇਹ ਸਤਿਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਨੂੰ ਨੇੜੇ ਹੁੰਦਿਆਂ ਵੀ ਦੇਖ ਨਹੀਂ ਰਿਹਾ। ਨਾਨਕ ਸੇ ਅਖੜੀਆਂ ਬੇਅੰਨ ਜਿਨੀ ਦਿਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਹਨ ਜਿਨ੍ਹਾਂ ਨਾਲ ਪਰਮਾਤਮਾ ਨੂੰ ਦੇਖਿਆ ਜਾਂਦਾ ਹੈ। ਉਹ ਪਰੋਖ ਤੇ ਅਪਰੋਖ ਗਿਆਨ, ਉਹ ਸ਼ਬਦ ਦਾ ਗਿਆਨ ਸਾਧ ਸੰਗਤ, ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੀ ਸੁਰਤ ਨੂੰ ਸੱਚ ਵਾਲੇ ਪਾਸੇ ਜੋੜਨਾ, ਨਾਮ ਵਾਲੇ ਪਾਸੇ ਤੋਰਨਾ। ਇਹ ਜੀਵ ਜਿਹੜਾ ਹੈ ਵਾਹਿਗੁਰੂ ਪਰਮਾਤਮਾ ਨੂੰ ਅੰਦਰ ਹੁੰਦਿਆਂ ਵੀ ਦੇਖ ਨਹੀਂ ਰਿਹਾ, ਅੰਨਾ ਬਣ ਰਿਹਾ ਹੈ। ਭਰਮ ਦਾ ਮੋਹਿਆ ਪਾਵੈ ਫੰਦ। ਭਰਮ ਦਾ ਮੋਹਿਆ ਹੋਇਆ ਇਹ ਜੀਵ ਫੰਦ ਨੂੰ ਪਾਉਂਦਾ, ਫਾਹੇ ਨੂੰ ਲੱਗ ਜਾਂਦਾ ਹੈ। ਇਹਨੂੰ ਅੰਤ ਨੂੰ ਫਾਹਾ ਲੱਗ ਜਾਂਦਾ ਹੈ। ਸੰਸਾਰ ਦੇ ਵਿੱਚ ਮਾਇਆ ਨੂੰ ਸੱਤ ਜਾਣਦਾ, ਮਾਇਆ ਵਿੱਚ ਲੱਗ ਕਰਕੇ ਸਾਰਾ ਜੀਵਨ ਗਵਾ ਦਿੰਦਾ। ਜਿਸ ਤਰ੍ਹਾਂ ਸਤਿਗੁਰਾਂ ਬਚਨ ਕੀਤੇ, ਜਿਹੜਾ ਸਾਧ ਸੰਗਤ ਹਿਰਨ ਹੈ ਨਾ, ਉਹਦੇ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ, ਪਰ ਉਹਨੂੰ ਇਸ ਦਾ ਗਿਆਨ ਨਹੀਂ। ਜਦੋਂ ਉਸ ਨੂੰ ਸੁਗੰਧੀ ਆਉਂਦੀ ਹੈ ਤਾਂ ਉਹ ਦੌੜਦਾ ਵੀ ਕਿਤੋਂ ਬਾਹਰੋਂ ਸੁਗੰਧੀ ਆ ਰਹੀ ਹੈ। ਦੌੜਦਿਆਂ ਦੌੜਦਿਆਂ ਕਿਸੇ ਸਮੇਂ ਉਹ ਝਾੜੀਆਂ 'ਚ ਫਸ ਜਾਂਦਾ ਹੈ, ਉਹਦੇ ਸਿੰਗ ਫਸ ਜਾਂਦੇ ਨੇ ਝਾੜੀਆਂ ਵਿੱਚ, ਥੱਕ ਜਾਂਦਾ ਹੈ, ਡਿੱਗ ਪੈਂਦਾ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ ਇਸ ਬੰਦੇ ਦੀ ਹਾਲਤ ਹੈ, ਪਰਮਾਤਮਾ ਇਹਦੇ ਅੰਦਰ ਹੈ, ਸਾਰੇ ਸੁੱਖ ਇਹਦੇ ਅੰਦਰ ਹਨ, ਪਰ ਇਹ ਬਾਹਰੋਂ ਸੁੱਖ ਲੈਣ ਵਾਸਤੇ, ਪਰਮਾਤਮਾ ਨੂੰ ਲੱਭਣ ਵਾਸਤੇ ਦੌੜਦਾ ਰਹਿੰਦਾ। ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਇਹ ਸਤਿਗੁਰੂ ਕਹਿੰਦੇ ਹਿਰਨ ਦੀ ਤਰ੍ਹਾਂ ਭਰਮ ਦੇ ਵਿੱਚ ਫਸਿਆ ਹੋਇਆ ਭਟਕਦਾ ਹੀ ਰਹਿੰਦਾ। ਜੇ ਤਾਂ ਹਿਰਨ ਨੂੰ ਸਮਝ ਪੈ ਜੇ ਕਿ ਮੇਰੀ ਨਾਭੀ ਦੇ ਵਿੱਚ, ਧੁੰਨੀ ਦੇ ਵਿੱਚ ਕਸਤੂਰੀ ਹੈ, ਤਾਂ ਇੱਕ ਥਾਂ 'ਤੇ ਬੈਠ ਕੇ ਆਪਣਾ ਨੱਕ ਧੁੰਨੀ ਦੇ ਨਾਲ ਲਾਵੇ, ਸੁਗੰਧੀ ਦੇ ਨਾਲ ਉਹਦਾ ਨੱਕ ਮਹਿਕ ਜਾਵੇਗਾ, ਪਰ ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਇਸ ਤਰ੍ਹਾਂ ਹੀ ਮਨੁੱਖ ਦੇ ਤਾਈਂ ਵੀ ਗਿਆਨ ਨਹੀਂ ਹੈ ਕਿ ਪਰਮਾਤਮਾ ਮੇਰੇ ਅੰਦਰ ਹੈ, ਘਟ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧ ਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਸਤਿਗੁਰੂ ਕਹਿੰਦੇ ਇਹ ਮਨਮੁਖ ਜੀਵ ਮਨ ਦੇ ਪਿੱਛੇ ਲੱਗ ਕਰਕੇ ਬਾਹਰੋਂ ਪਰਮਾਤਮਾ ਨੂੰ ਲੱਭਦਾ ਹੈ, ਦੌੜਦਾ ਹੈ, ਸੁੱਖਾਂ ਨੂੰ ਲੱਭਦਾ ਹੈ। ਭਰਮ ਕਾ ਮੋਹਿਆ, ਇਹ ਭਰਮ ਦਾ ਮੋਹਿਆ ਹੋਇਆ ਹੈ, ਆਪਣੀਆਂ ਸਿਆਣਪਾਂ ਦੇ ਵਿੱਚ, ਆਪਣੀਆਂ ਚਤੁਰਾਈਆਂ ਦੇ ਵਿੱਚ ਜੀਵਨ ਬਤੀਤ ਕਰਦਾ ਹੈ, ਪਾਵੈ ਫੰਦ, ਤੇ ਅੰਤ ਨੂੰ ਇਹਨੂੰ ਫਾਹਾ ਲੱਗ ਜਾਂਦਾ ਹੈ। ਭਰਮ ਕਾ ਮੋਹਿਆ, ਇਸ ਨੂੰ ਭਰਮ ਹੀ ਪਿਆ ਹੋਇਆ ਹੈ ਨਾ ਕਿ ਪਰਮਾਤਮਾ ਮੈਨੂੰ ਬਾਹਰ ਮਿਲੇਗਾ, ਪੱਥਰਾਂ ਵਿੱਚੋਂ ਮਿਲੇਗਾ, ਪਰ ਮਹਾਰਾਜ ਕਹਿੰਦੇ ਇਹ ਭਰਮ ਜਿਹੜਾ ਹੈ ਇਹਦੇ ਕਰਕੇ ਹੀ ਇਹਨੂੰ ਫਾਹੀ ਲੱਗ ਰਹੀ ਹੈ। ਨਾ ਪੱਥਰ ਬੋਲੇ ਨਾ ਕਿਛ ਦੇ। ਜਿਹੜਾ ਉਹ ਪੱਥਰ ਹੈ, ਮੂਰਤੀ ਹੈ, ਉਹ ਤਾਂ ਬੋਲਦੀ ਵੀ ਨਹੀਂ, ਤੇ ਨਾ ਹੀ ਕੋਈ ਅਸੀਸ ਦਿੰਦੀ ਹੈ, ਕੋਈ ਵਰ ਸ਼ਰਾਪ ਦਿੰਦੀ ਹੈ, ਕੋਈ ਦਾਤ ਦਿੰਦੀ ਹੈ, ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਕਹਿੰਦੇ ਇੱਕ ਬ੍ਰਾਹਮਣ ਦੇ ਘਰ ਬਹੁਤ ਸਮੇਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ, ਪਰ ਸਾਧ ਸੰਗਤ
ਇਹ ਪਿੰਗਲਾ ਸੀ ਤੇ ਉਸ ਸਮੇਂ ਜਦੋਂ ਜਨਮ ਹੋਇਆ ਤੇ ਕੁਦਰਤੀ ਐਸੀ ਨੇਤ ਬਣੀ ਕਿ ਇਹਨੂੰ ਜਨਮ ਤੋਂ ਹੀ ਬਹੁਤ ਗਿਆਨ ਸੀ। ਜਦੋਂ ਇਹ ਥੋੜਾ ਵੱਡਾ ਹੋਇਆ, ਇੱਕ ਦਿਨ ਬ੍ਰਾਹਮਣ ਦੇ ਕੋਲ ਕੁਝ ਵਿਦਵਾਨ ਆਏ, ਇਹਨਾਂ ਦੀ ਚਰਚਾ ਹੋਣ ਲੱਗ ਪਈ ਤੇ ਇਹ ਬ੍ਰਾਹਮਣ ਉਹਨਾਂ ਨੂੰ ਕਹੇ ਕਿ ਜਿਹੜਾ ਗਿਆਨਵਾਨ ਹੁੰਦਾ ਹੈ, ਜਾਗਰਤ ਅਵਸਥਾ ਦੇ ਵਿੱਚ ਉਹਦੀ ਸੁਰਤ ਸਤੋ ਗੁਣ ਦੇ ਵਿੱਚ ਰਹਿੰਦੀ ਹੈ, ਪਰ ਜਦੋਂ ਉਹ ਸੌਂ ਜਾਂਦਾ ਹੈ ਤਮੋ ਗੁਣ ਵਿੱਚ ਉਹਦੀ ਸੁਰਤ ਚਲੀ ਜਾਂਦੀ ਹੈ। ਇਸ ਲਈ ਜਾਗਦੇ ਸਮੇਂ ਤਾਂ ਉਸ ਨੂੰ ਗਿਆਨ ਹੁੰਦਾ ਹੈ, ਪਰ ਜਦੋਂ ਉਹ ਸੌਂ ਜਾਂਦਾ ਹੈ ਤੇ ਗਿਆਨ ਭੁੱਲ ਜਾਂਦਾ ਹੈ। ਉਸ ਸਮੇਂ ਇਸ ਦੇ ਪੁੱਤਰ ਨੇ ਨਾਲ ਹੀ ਉੱਤਰ ਦਿੱਤਾ ਕਿ ਪਿਤਾ ਜੀ, ਤੁਸੀਂ ਇੱਥੇ ਭੁੱਲ ਗਏ ਹੋ, ਜਿਹੜਾ ਗਿਆਨਵਾਨ ਹੁੰਦਾ ਹੈ ਉਹ ਜਾਗਰਤ ਅਵਸਥਾ ਦੇ ਵਿੱਚ ਵੀ ਸਤੋ ਗੁਣ ਵਿੱਚ ਰਹਿੰਦਾ ਹੈ ਤੇ ਸੁੱਤੇ ਪਿਆਂ ਵੀ ਉਹ ਸਤੋ ਗੁਣ ਵਿੱਚ ਉਹਦੀ ਸੁਰਤ ਲੀਨ ਹੋ ਜਾਂਦੀ। ਇਸ ਲਈ ਉਹਨੂੰ ਜਾਗਦਿਆਂ ਵੀ ਗਿਆਨ ਹੁੰਦਾ ਹੈ ਤੇ ਸੁੱਤੇ ਪਿਆਂ ਵੀ ਉਹਨੂੰ ਗਿਆਨ ਹੁੰਦਾ ਹੈ, ਉਹਨੂੰ ਆਪਣੇ ਸਰੂਪ ਦਾ ਗਿਆਨ ਭੁੱਲਦਾ ਨਹੀਂ। ਉਸ ਸਮੇਂ ਬ੍ਰਾਹਮਣ ਨੂੰ ਬੜਾ ਕ੍ਰੋਧ ਆਇਆ ਵੀ ਇਹ ਮੇਰੇ ਘਰ ਜਨਮ ਲੈ ਕੇ ਮੇਰੇ ਘਰੋਂ ਖਾ ਕੇ ਮੇਰੇ ਉਲਟੀ ਬੋਲਦਾ, ਮੇਰਾ ਨਿਰਾਦਰ ਕਰਦਾ ਹੈ। ਉਸੇ ਸਮੇਂ ਸਾਧ ਸੰਗਤ ਇਸ ਨੂੰ ਚੱਕ ਕੇ ਜੰਗਲ ਵਿੱਚ ਛੱਡ ਆਂਦਾ। ਜੰਗਲ ਵਿੱਚ ਜਦੋਂ ਛੱਡ ਕੇ ਆਂਦਾ ਤੇ ਇਹ ਬੱਚਾ ਉੱਥੇ ਪਰਮਾਤਮਾ ਦੇ ਗੁਣ ਗਾਵੇ, ਕਿਉਂਕਿ ਇਸ ਨੂੰ ਗਿਆਨ ਸੀ। ਉਸ ਸਮੇਂ ਜਿੰਨੇ ਪਸ਼ੂ ਪੰਛੀ ਸਨ ਇਹਦੇ ਕੋਲ ਆਉਣ ਲੱਗ ਪਏ, ਇਹਨੂੰ ਫਲ ਲਿਆ ਕੇ ਦੇਣ ਲੱਗ ਪਏ। ਤਾਂ ਇਸ ਤਰ੍ਹਾਂ ਆਸੇ-ਪਾਸੇ ਬੜੀ ਰੌਣਕ ਬਣ ਗਈ। ਇਹਦਾ ਸੁਭਾਅ ਵੀ ਬੜਾ ਪਿਆਰ ਵਾਲਾ ਸੀ। ਇੱਕ ਦਿਨ ਨਾਰਦ ਮੁਨੀ ਲੰਘਿਆ ਜਾਵੇ, ਉਸਨੇ ਦੇਖਿਆ ਵੀ ਇੱਥੇ ਜੰਗਲ ਵਿੱਚ ਇੰਨੀ ਰੌਣਕ ਕਿਉਂ ਹੈ। ਜਦੋਂ ਜਾ ਕੇ ਦੇਖਿਆ ਤੇ ਹੈਰਾਨ ਹੋ ਗਿਆ। ਇਹ ਪਿੰਗਲਾ ਬੱਚਾ ਹੈ, ਪਰ ਇਹਦੇ ਕੋਲ ਬਹੁਤ ਪੰਛੀ ਬੈਠੇ ਨੇ, ਪਸ਼ੂ ਬੈਠੇ ਨੇ, ਜਾਨਵਰ ਬੈਠੇ ਨੇ। ਉਸ ਸਮੇਂ ਕਹਿਣ ਲੱਗਿਆ, ਬੇਟਾ ਮੈਂ ਤੇਰੇ ਤੇ ਪ੍ਰਸੰਨ ਹੋਇਆ, ਤੂੰ ਮੈਨੂੰ ਦੱਸ ਮੈਥੋਂ ਕੋਈ ਵਰ ਲੈ ਲੈ। ਇਹ ਬੱਚਾ ਕਹਿਣ ਲੱਗਿਆ, ਪਹਿਲਾਂ ਮੈਨੂੰ ਇਹ ਦੱਸੋ, ਜੋ ਤੁਸੀਂ ਦੇਣ ਲੱਗੇ ਹੋ ਮੇਰੇ ਕਰਮਾਂ ਵਿੱਚੋਂ ਦਿਓਗੇ ਕਿ ਆਪਣੇ ਇੱਛਾ ਅਨੁਸਾਰ ਦਿਓਗੇ। ਨਾਰਦ ਮੁਨੀ ਕਹਿਣ ਲੱਗਿਆ, ਮੈਂ ਤੇਰੇ ਕਰਮਾਂ ਵਿੱਚੋਂ ਦੇ ਦੇਵਾਂਗਾ, ਤੇਰੇ ਕਰਮਾਂ ਅਨੁਸਾਰ ਮੈਂ ਤੈਨੂੰ ਦੇ ਦੇਵਾਂਗਾ, ਸਰੀਰ ਠੀਕ ਹੋ ਜਾਵੇਗਾ, ਜੋ ਮੰਗੇਗਾ ਦੇਵਾਂਗਾ। ਇਹ ਬੱਚਾ ਕਹਿਣ ਲੱਗਿਆ, ਨਹੀਂ, ਜੇ ਤੁਸੀਂ ਮੇਰੇ ਕਰਮਾਂ ਅਨੁਸਾਰ ਮੈਨੂੰ ਕੁਝ ਦੇਣਾ ਹੈ ਤਾਂ ਉਹ ਮੈਨੂੰ ਸੁਤੇ ਹੀ ਮਿਲ ਜਾਣਾ ਹੈ, ਇਸ ਲਈ ਮੈਂ ਤੁਹਾਡੇ ਕੋਲੋਂ ਕੁਝ ਨਹੀਂ ਲੈਣਾ ਚਾਹੁੰਦਾ। ਨਾਰਦ ਮੁਨੀ ਚਲਿਆ ਗਿਆ। ਇਸ ਨੇ ਜਾ ਕਰਕੇ ਦੇਵਲੋਕ ਦੇ ਵਿੱਚ ਦੇਵਤਿਆਂ ਤਾਈਂ ਸਿਫਤ ਕੀਤੀ, ਬ੍ਰਹਮਾ ਨੂੰ ਜਾ ਕੇ ਦੱਸਿਆ। ਬ੍ਰਹਮਾ ਜੀ ਦੇ ਅੰਦਰ ਮਨ ਵਿੱਚ ਇੱਛਾ ਬਣੀ ਕਿ ਮੈਂ ਵੀ ਜਾ ਕੇ ਦਰਸ਼ਨ ਕਰਕੇ ਆਵਾਂ। ਤੇ ਉਸ ਸਮੇਂ ਸ਼ਿਵ ਜੀ ਵੀ ਆਏ, ਹੋਰ ਦੇਵਤੇ, ਇੰਦਰ ਵੀ ਆਇਆ। ਇਹਨਾਂ ਨੇ ਆ ਕਰਕੇ ਬੱਚੇ ਕੋਲ ਦਰਸ਼ਨ ਦਿੱਤੇ ਤੇ ਕਿਹਾ ਕਿ ਅਸੀਂ ਤੇਰੀ ਮਹਿਮਾ ਸੁਣ ਕੇ ਆਏ ਹਾਂ, ਪਰ ਜੇ ਤੂੰ ਸਾਡੇ ਕੋਲੋਂ ਮੰਗੇ ਤਾਂ ਅਸੀਂ ਤੈਨੂੰ ਹੁਣੇ ਹੀ ਦੇ ਦੇਵਾਂਗੇ। ਇਸ ਬੱਚੇ ਨੇ ਫਿਰ ਉਹੀ ਪ੍ਰਸ਼ਨ ਕੀਤਾ ਕਿ ਤੁਸੀਂ ਮੇਰੇ ਕਰਮਾਂ ਵਿੱਚੋਂ ਦਿਓਗੇ ਜਾਂ ਆਪਣੀ ਤਾਕਤ ਨਾਲ। ਇਹ ਦੇਵਤੇ ਕਹਿਣ ਲੱਗੇ, ਅਸੀਂ ਤੇਰੇ ਕਰਮਾਂ ਅਨੁਸਾਰ ਤੈਨੂੰ ਦੇਵਾਂਗੇ।
ਤਾਂ ਇਹ ਕਹਿਣ ਲੱਗਿਆ ਫਿਰ ਕਰਮਾਂ ਅਨੁਸਾਰ ਤਾਂ ਮੈਨੂੰ ਪਰਮਾਤਮਾ ਨੇ ਸਭ ਕੁਝ ਦੇ ਹੀ ਦੇਣਾ, ਉਹ ਤਾਂ ਸੁਤੇ ਹੀ ਮਿਲ ਜਾਣਾ, ਅੱਜ ਨਹੀਂ ਤੇ ਕੱਲ੍ਹ ਨੂੰ ਮਿਲ ਹੀ ਜਾਣਾ, ਫਿਰ ਮੈਂ ਚਿੰਤਾ ਕਿਉਂ ਕਰਾਂ, ਮੈਂ ਕਿਉਂ ਮੰਗਾਂ। ਇਹਨਾਂ ਨੇ ਦੇਖਿਆ ਵੀ ਇਹ ਬੱਚਾ ਬੜਾ ਨਿਸ਼ਕਾਮ ਹੈ, ਇਹਦੇ ਅੰਦਰ ਕੋਈ ਲਾਲਸਾ ਵੀ ਇੱਛਾ ਵੀ ਨਹੀਂ ਹੈ, ਸਾਡੇ ਆਉਣ ਦਾ ਇੱਥੇ ਕੀ ਫਲ ਹੈ। ਤਾਂ ਉਸ ਸਮੇਂ ਆਪ ਖੁਸ਼ ਹੋ ਕਰਕੇ ਇਹਦਾ ਸਾਰਾ ਸਰੀਰ ਹੀ ਠੀਕ ਕਰ ਦਿੱਤਾ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੋ ਪਰਮਾਤਮਾ ਵਾਹਿਗੁਰੂ ਹੈ ਉਹ ਸਾਰਿਆਂ ਜੀਵਾਂ ਦੇ ਤਾਈਂ ਆਪ ਹੀ ਦਾਤਾਂ ਦੇਣ ਵਾਲਾ ਹੈ, ਆਪ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ। ਪਰ ਜੇ ਕੋਈ ਜਾ ਕਰਕੇ ਪੱਥਰਾਂ ਦੇ ਅੱਗੇ ਸਿਰ ਰਗੜਦਾ ਹੈ, ਸਿਰ ਝੁਕਾਉਂਦਾ ਹੈ, ਪੂਜਾ ਕਰਦਾ ਹੈ, ਤਾਂ ਪੱਥਰ ਕੀ ਦੇ ਸਕਦੇ ਨੇ, ਉਹਨਾਂ ਨੇ ਕੁਝ ਨਹੀਂ ਦੇਣਾ। ਜਿੱਥੇ ਮਹਾਰਾਜ ਕਹਿੰਦੇ ਕਿ ਇਹ ਮਨੁੱਖ ਤੂੰ ਇੱਕ ਪਰਮਾਤਮਾ ਦੀ ਪੂਜਾ ਕਰਿਆ ਕਰ, ਜੋ ਪਰਮਾਤਮਾ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ, ਸਵਾਰਨ ਵਾਲਾ ਹੈ, ਪ੍ਰਤਪਾਲਣਾ ਕਰਦਾ ਹੈ, ਉਸ ਪਰਮਾਤਮਾ ਦੀ ਸੇਵਾ ਕਰਿਆ ਕਰ, ਉਸ ਨੂੰ ਯਾਦ ਕਰਿਆ ਕਰ। ਫਿਰ ਕਹਾ ਭਇਓ ਜੋ ਅਤ ਚਿਤ ਕਰ, ਬਹੁ ਬਿਦ ਸਿਲਾ ਪੁਜਾਈ, ਪ੍ਰਾਣ ਥਕਿਓ ਪਾਹਨ ਕਹਿ ਪਸਤ, ਕਰ ਸਿੱਧ ਨਾ ਆਈ। ਮਹਾਰਾਜ ਕਹਿੰਦੇ ਕੀ ਹੋ ਗਿਆ ਜੇ ਤੂੰ ਬਹੁਤ ਤਰੀਕਿਆਂ ਦੇ ਨਾਲ ਕਿਸੇ ਪੱਥਰ ਨੂੰ ਪੂਜ ਲੈਣਾ ਕੀਤਾ, ਪਰ ਅਨੇਕਾਂ ਤਰੀਕਿਆਂ ਦੇ ਨਾਲ ਵੀ ਪੂਜਾ ਕਰਨ ਕਰਕੇ ਕੋਈ ਤੈਨੂੰ ਤਾਕਤ ਥੋੜ੍ਹੀ ਮਿਲ ਗਈ, ਸ਼ਕਤੀ ਥੋੜ੍ਹੀ ਮਿਲ ਗਈ। ਕਹਾ ਭਇਓ ਜੋ ਅਤ ਹਿਤ ਚਿਤ ਕਰ, ਬਹੁ ਬਿਦ ਸਿਲਾ ਪੁਜਾਈ, ਕੁਝ ਪ੍ਰਾਪਤ ਨਹੀਂ ਹੋਇਆ। ਧੂਪ ਅਰਪਤ ਹੈ, ਪਾਹਨ ਕਛੂ ਨਾ ਖੈ ਹੈ। ਜੇ ਕੋਈ ਮਨੁੱਖ ਉਸ ਦੇ ਤਾਈਂ ਅਛਤ ਧੂਪ ਦੀਪ ਅਰਪਤ ਹੈ, ਚੌਲ ਲਿਆ ਕਰਕੇ ਖਵਾ ਦੇਵੇ। ਬ੍ਰਾਹਮਣ ਕੀ ਕਰਦੇ ਨੇ, ਸਾਧ ਸੰਗਤ ਬਹੁਤ ਤਰ੍ਹਾਂ ਦੇ ਨਾਲ ਮਿੱਠੇ ਚੌਲ ਬਣਾ ਕੇ ਅੱਗੇ ਰੱਖ ਕੇ ਅਰਦਾਸਾਂ ਕਰਦੇ ਨੇ, ਤੇ ਉਹਨਾਂ ਵਿੱਚੋਂ ਥੋੜ੍ਹੇ ਜਿਹੇ ਚੂੰਡੀ ਨਾਲ ਚੌਲ ਚੱਕ ਕੇ ਉਹਦੇ ਮੂੰਹ ਲਾ ਦਿੰਦੇ ਨੇ। ਕਹਿੰਦੇ ਸਾਡੇ ਦੇਵਤੇ ਨੇ ਚੌਲ ਖਾ ਲਏ, ਸਾਡਾ ਪ੍ਰਸ਼ਾਦ ਖਾ ਲਿਆ। ਤੇ ਫਿਰ ਕੀ ਕਰਦੇ ਨੇ ਕਿ ਮੱਖੀਆਂ ਨਾ ਬੈਠਣ, ਕੀੜੀਆਂ ਨਾ ਆਉਣ, ਤੇ ਸਵਾਹ ਦੀ ਚੁੰਡੀ ਲਾ ਦਿੰਦੇ ਨੇ ਨਾਲ ਹੀ ਉਸੇ ਮੂੰਹ ਤੇ। ਕਹਿੰਦੇ ਵੀ ਹੁਣ ਮੱਖੀਆਂ ਨਾ ਆਉਣ, ਇੱਥੇ ਕੀੜੀਆਂ ਨਾ ਆਉਣ। ਤਾਂ ਇਸ ਤਰ੍ਹਾਂ ਦੇ ਜਿਹੜੇ ਪਖੰਡ ਕਰਦੇ ਨੇ, ਸਤਿਗੁਰੂ ਜੀ ਇੱਥੇ ਸਾਨੂੰ ਸੱਚ ਦੀ ਗੱਲ ਦੱਸਦੇ ਨੇ ਭਾਈ, ਜੇ ਕਿਸੇ ਮਨੁੱਖ ਨੂੰ ਚੌਲ ਖਵਾਈਏ ਤਾਂ ਉਹ ਖਾ ਕੇ ਪ੍ਰਸੰਨ ਹੁੰਦਾ ਨਾ, ਤੇ ਫਿਰ ਉਹਦੇ ਮੂੰਹ ਤੇ ਸਵਾਹ ਲਾ ਦਈਏ ਤਾਂ ਉਹ ਗੁੱਸੇ ਹੀ ਹੋਵੇਗਾ ਨਾ। ਪਰ ਇਹ ਇਸ ਤਰ੍ਹਾਂ ਦਾ ਪਖੰਡ ਕਰਦੇ ਨੇ। ਅਛਤ ਧੂਪ ਦੀਪ ਅਰਪਤ ਹੈ, ਪਾਹਨ ਕਛੂ ਨਾ ਖੈ ਹੈ। ਉਹਦੇ ਵਿੱਚ ਕੀ ਸ਼ਕਤੀ ਹੈ ਕਿ ਉਹ ਖਾ ਲਵੇ। ਤਾਂ ਮੈਂ ਕਹਾ ਸਿੱਧ ਹੈ ਰੇ ਜੜ, ਤੋਹੇ ਕਛੂ ਵਰ ਦੈ ਹੈ। ਉਹਦੇ ਵਿੱਚ ਕੀ ਸਿੱਧੀ ਹੈ ਕਿ ਤੈਨੂੰ ਕੋਈ ਵਰ ਦੇ ਦਵੇ। ਜੋ ਜੀ ਹੋਤ ਤੋ ਦੇਤ ਕਛ ਤੋਹੇ। ਜੇ ਉਹਦੇ ਵਿੱਚ ਜੀਵ ਆਤਮਾ ਹੋਵੇ, ਕੋਈ ਚੇਤਨਤਾ ਹੋਵੇ, ਤਾਂ ਹੀ ਤੈਨੂੰ ਕੁਝ ਦਵੇ ਨਾ। ਮਨ ਬਚ ਕਰਮ ਵਿਚਾਰ। ਮਨ ਦੇ ਵਿੱਚ ਸਤਿਗੁਰੂ ਕਹਿੰਦੇ ਇਸ ਕਰਮ ਨੂੰ ਵਿਚਾਰ ਕੇ ਦੇਖ ਕੇ ਤੂੰ ਪਖੰਡੀ ਕਰ ਰਿਹਾ ਹੈ। ਕੇਵਲ ਏਕ ਸਰਣ ਸੁਆਮੀ ਬੈਨਾ, ਯੋ ਨ ਕਤਹਿ ਉਧਾਰ। ਇੱਕ ਸੁਆਮੀ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਕਿਸੇ ਦਾ ਉਧਾਰ ਨਹੀਂ ਹੁੰਦਾ। ਇਸ ਲਈ ਮਹਾਰਾਜ ਕਹਿੰਦੇ ਇੱਕ ਪਰਮਾਤਮਾ ਦੇ ਲੜ ਲੱਗੋ, ਅਕਾਲ ਪੁਰਖ ਦੀ ਪੂਜਾ ਕਰੋ। ਅਕਾਲ ਨੂੰ ਪੂਜੋਗੇ, ਅਕਾਲ ਦੇ ਵਿੱਚ ਜਾ ਕੇ ਮਿਲ ਜਾਓਗੇ, ਸਮੇਂ ਤੋਂ ਬਾਹਰ ਹੋ ਜਾਓਗੇ, ਜੂਨਾਂ ਤੋਂ ਛੁੱਟ ਜਾਓਗੇ। ਜੇ ਪੱਥਰਾਂ ਨੂੰ ਪੂਜੋਗੇ ਤਾਂ ਪੱਥਰ ਹੀ ਬਣੋਗੇ। ਮੜੀਆਂ ਦੀ
ਪੂਜਾ ਕਰੋਗੇ, ਮਟੀਆਂ ਦੀ ਪੂਜਾ ਕਰੋਗੇ ਤਾਂ ਮਟੀਆਂ ਵਿੱਚ ਜਾ ਕੇ ਵਸੋਗੇ। ਇਸ ਲਈ ਗੁਰੂ ਪਾਤਸ਼ਾਹ ਸਾਨੂੰ ਸੁਚੇਤ ਕਰਦੇ ਨੇ, ਭਾਈ ਨਾ ਪਾਥਰ ਬੋਲੇ ਨਾ ਕਿਛ ਦੇ, ਨਾ ਹੀ ਪੱਥਰ ਬੋਲਦਾ ਹੈ ਤੇ ਨਾ ਹੀ ਕਿਸੇ ਦੇ ਤਾਈਂ ਕੋਈ ਵਾਰ ਸ਼ਰਾਪ ਕੋਈ ਦਾਤ ਦਿੰਦਾ ਹੈ। ਫੋਕਟ ਕਰਮ ਨਿਹਫਲ ਹੈ ਸੇਵ। ਉਹ ਲੋਕ ਜਿਹੜੇ ਕਰਮ ਕਰਦੇ ਨੇ ਸਾਰੇ ਫੋਕਟ ਹਨ, ਉਹਨਾਂ ਦੀ ਕੀਤੀ ਹੋਈ ਸੇਵਾ ਵੀ ਸਾਰੀ ਫੋਕਟ ਹੁੰਦੀ ਹੈ, ਕਿਸੇ ਅਰਥ ਨਹੀਂ। ਕੇਵਲ ਭੁੱਲ ਕਰਕੇ ਉਹਨਾਂ ਨੂੰ ਸਾਧ ਸੰਗਤ ਇਸ ਸੇਵਾ ਵਿੱਚ ਲਾਇਆ ਗਿਆ ਹੈ। ਭੁੱਲਣ ਕਰਕੇ ਪਰਮਾਤਮਾ ਤੋਂ ਭੁੱਲੇ ਹੋਏ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਉਹ ਪਰਮਾਤਮਾ ਨੂੰ ਵੀ ਪੱਥਰਾਂ ਵਿੱਚੋਂ ਹੀ ਲੱਭਦੇ ਫਿਰਦੇ ਨੇ। ਕਿਸੇ ਅਰਥ ਨਹੀਂ ਉਹਨਾਂ ਦੀ ਕੀਤੀ ਹੋਈ ਸੇਵਾ, ਤੇ ਨਾ ਹੀ ਉਹਨਾਂ ਦਾ ਕੋਈ ਕਰਮ ਸਫਲ ਹੁੰਦਾ ਹੈ। ਜੇ ਮਿਰਤਕ ਕੋ ਚੰਦਨ ਚੜਾਵੇ। ਹੁਣ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਜੇ ਕੋਈ ਮਨੁੱਖ ਕਿਸੇ ਮਰੇ ਹੋਏ ਸਰੀਰ ਦੇ ਤਾਈਂ, ਮਰੇ ਹੋਏ ਮਨੁੱਖ ਦੇ ਤਾਈਂ ਚੰਦਨ ਮਲ ਦਵੇ, ਚੰਦਨ ਲਿਆ ਕਰਕੇ ਸੁਗੰਧੀਆਂ ਉੱਪਰ ਛਿੜਕ ਦਵੇ, ਕਈ ਤਰੀਕਿਆਂ ਦੇ ਨਾਲ ਚੰਦਨ ਨੂੰ ਉੱਥੇ ਲਿਆ ਕੇ ਵਰਤਣਾ ਕਰੇ, ਚੜਾਉਣਾ ਕਰੇ। ਉਸ ਤੇ ਕਹੋ ਕਵਣ ਫਲ ਪਾਵੇ। ਇਸ ਤਰ੍ਹਾਂ ਕਰਨ ਦੇ ਨਾਲ ਭਾਈ ਦੇਖੋ ਉਹ ਮੁਰਦੇ ਤੋਂ ਕੋਈ ਫਲ ਲਵੇਗਾ। ਕਿਸੇ ਮੁਰਦੇ ਨੂੰ ਚੰਗੀ ਤਰ੍ਹਾਂ ਚੰਦਨ ਦੇ ਨਾਲ, ਸੁਗੰਧੀ ਦੇ ਨਾਲ ਸਵਾਰ ਦੇਣਾ ਕਰੋ ਤਾਂ ਉਹ ਮੁਰਦਾ ਤੁਹਾਨੂੰ ਸ਼ਾਬਾਸ਼ ਕਹੇਗਾ, ਕੋਈ ਵਰ ਦੇਵੇਗਾ। ਇਸ ਤਰ੍ਹਾਂ ਹੀ ਭਗਤ ਜੀ ਕਹਿੰਦੇ ਜੇ ਤੁਸੀਂ ਪੱਥਰ ਦੇ ਤਾਈਂ ਚੰਦਨ ਮਲ ਦਿੱਤਾ, ਚੜਾ ਦਿੱਤਾ, ਧੁਖਾ ਦਿੱਤਾ, ਤਾਂ ਦੱਸੋ ਕਿ ਉਸ ਪੱਥਰ ਨੇ ਤੁਹਾਨੂੰ ਕਦੇ ਕੋਈ ਆਵਾਜ਼ ਦੇ ਕੇ ਕਿਹਾ ਵੀ ਫਲਾਨਿਆਂ ਤੂੰ ਮੇਰੀ ਬੜੀ ਪੂਜਾ ਕਰਦਾ, ਮੈਂ ਤੇਰੇ ਤੇ ਬੜਾ ਖੁਸ਼ ਹਾਂ? ਕੋਈ ਵਰ ਦਿੱਤਾ ਹੈ ਉਸਨੇ, ਕੋਈ ਫਲ ਦਿੱਤਾ ਹੈ, ਕੋਈ ਦਾਤ ਦਿੱਤੀ ਹੈ, ਪਰ ਮਹਾਰਾਜ ਕਹਿੰਦੇ ਕਿਹਨੇ ਪ੍ਰਾਪਤ ਕੀਤਾ? ਕਿਸੇ ਨੇ ਨਹੀਂ ਪ੍ਰਾਪਤ ਕੀਤਾ। ਜੇ ਮਿਰਤਕ ਕੋ ਦਿਸਦਾ ਮਾਹੀ ਰੁਲਾਈ। ਇਸ ਤਰ੍ਹਾਂ ਹੀ ਜੇ ਕੋਈ ਮਰੇ ਹੋਏ ਮਨੁੱਖ ਦੇ ਤਾਈਂ, ਮਰੇ ਹੋਏ ਸਰੀਰ ਦੇ ਤਾਈਂ ਗੰਦਗੀ ਵਿੱਚ, ਮੈਲੇ ਦੇ ਵਿੱਚ ਮਿਲਾ ਦਵੇ, ਉੱਪਰ ਗੰਦਗੀ ਪਾ ਦਵੇ, ਤਾਂ ਮਿਰਤਕ ਕਾ ਕਿਆ ਘਟ ਜਾਈ। ਤਾਂ ਉਸ ਮਰੇ ਹੋਏ ਸਰੀਰ ਦਾ ਕੀ ਘਟ ਜਾਣਾ ਹੈ? ਉਹਦਾ ਕੁਝ ਨਹੀਂ ਘਟਣਾ, ਉਹ ਤਾਂ ਪਹਿਲਾਂ ਹੀ ਮਿੱਟੀ ਹੈ। ਉਹਨੂੰ ਕੋਈ ਸ਼ਰਾਪ ਥੋੜ੍ਹੀ ਲੱਗੇਗਾ ਜਾਂ ਉਹ ਕਿਸੇ ਨੂੰ ਕੋਈ ਸ਼ਰਾਪ ਥੋੜ੍ਹੀ ਦੇਵੇਗਾ। ਇਸ ਤਰ੍ਹਾਂ ਵੀ ਜੇ ਪੱਥਰ ਦੇ ਤਾਈਂ ਕੋਈ ਵਿਸ਼ਟਾ ਦੇ ਵਿੱਚ, ਮੈਲੇ ਦੇ ਵਿੱਚ ਸਾਧ ਸੰਗ ਮਿਲਾ ਦਵੇ, ਉੱਤੇ ਗੰਦਗੀ ਸੁੱਟ ਦਵੇ, ਤਾਂ ਉਸ ਪੱਥਰ ਦਾ ਕੀ ਘਟਣਾ ਹੈ? ਕੁਝ ਨਹੀਂ ਘਟਣਾ। ਸਤਿਗੁਰੂ ਮਹਾਰਾਜ ਕਹਿੰਦੇ ਇਹ ਜਿਹੜਾ ਪਖੰਡੀ ਹੈ ਨਾ, ਫਿਰ ਜਿਹੜਾ ਉੱਪਰੋਂ ਦਿਖਾਉਣਾ ਹੈ। ਕਹਿਤ ਕਬੀਰ ਹੋ ਕਹੋ ਪੁਕਾਰ। ਭਗਤ ਕਬੀਰ ਜੀ ਹੁਣ ਸਾਨੂੰ ਪੁਕਾਰ ਕਰਕੇ ਕਹਿ ਰਹੇ ਨੇ, ਭਾਈ ਅਸੀਂ ਤੁਹਾਨੂੰ ਬੁਲੰਦ ਆਵਾਜ਼ ਦੇ ਵਿੱਚ ਪੂਰੀ ਤਰ੍ਹਾਂ ਖੋਲ ਕੇ ਸਮਝਾ ਰਹੇ ਹਾਂ। ਸਮਝ ਦੇਖ ਸਾਖਤ ਕਾ ਵਾਰ। ਹੇ ਸਾਖਤ ਜੀਵ, ਹੇ ਬੇਸਮਝ, ਇਸ ਗੱਲ ਨੂੰ ਸਮਝ ਜਾ। ਸਾਖਤ ਕਹਿੰਦੇ ਨੇ ਜਿਹੜਾ ਸ਼ਕਤੀ ਦਾ ਉਪਾਸਕ ਹੋਵੇ, ਤੇ ਗਵਾਰ ਕਹਿੰਦੇ ਨੇ ਜਿਹੜਾ ਪਰਮਾਰਥ ਤੋਂ ਪਾਸੇ ਹੋਵੇ, ਜਿਹਨੂੰ ਸਮਝ ਨਾ ਹੋਵੇ ਪਰਮਾਰਥ ਦੀ। ਹੇ ਭਾਈ ਇਸ ਗੱਲ ਦੇ ਤਾਈਂ ਮਨ ਦੇ ਵਿੱਚ ਵਿਚਾਰ ਕੇ ਦੇਖ। ਦੂਜੇ ਭਾਈ ਬਹੁਤ ਕਰ ਕਾਲੀ। ਤੂੰ ਦੁਵੈਤ ਵਿੱਚ ਲੱਗ ਕਰਕੇ, ਦੁਬਿਧਾ ਵਿੱਚ ਲੱਗ ਕਰਕੇ ਆਪਣੇ ਬਹੁਤ ਸਰੀਰ ਰੂਪ ਘਰ ਜਿਹੜੇ ਸਨ ਗਾਲ ਦਿੱਤੇ ਨੇ, ਵਿਅਰਥ ਕਰ ਦਿੱਤੇ। ਪਤਾ ਹੀ ਨਹੀਂ ਕਿੰਨੇ ਵਾਰ ਤੂੰ ਮਨੁੱਖ ਬਣਿਆ, ਕਿੰਨੇ ਵਾਰ ਤੈਨੂੰ ਕਿਸੇ ਜਨਮ ਵਿੱਚ ਭਟਕਾਇਆ ਗਿਆ ਹੈ, ਪਰ ਅਜੇ ਤੱਕ ਤੈਨੂੰ ਸਮਝ ਹੀ ਨਹੀਂ ਆਈ, ਤੈਨੂੰ ਸੇਧ ਹੀ ਨਹੀਂ ਮਿਲੀ। ਫਿਰ ਵੀ ਤੂੰ ਪਰਮਾਤਮਾ ਨੂੰ ਛੱਡ ਕਰਕੇ ਦੂਜੇ ਨੂੰ ਹੀ ਪੂਜੀ ਜਾਂਦਾ ਹੈ।
ਦੂਜੈ ਭਾਈ ਬਹੁਤ ਘਰ ਗਾਲੇ। ਇਸ ਦਵੈਤ ਵਿੱਚ ਲੱਗ ਕਰਕੇ ਬਹੁਤ ਜੀਵਾਂ ਨੇ ਆਪਣੇ ਸਰੀਰ ਰੂਪ ਘਰ, ਜਿਹੜੇ ਮਨੁੱਖ ਸਰੀਰ ਮਿਲੇ ਸਨ, ਗਾਲ ਦਿੱਤੇ। ਵਿਅਰਥ ਹੀ ਉਹਨਾਂ ਦੇ ਸਰੀਰ ਚਲੇ ਗਏ। ਰਾਮ ਭਗਤ ਹੈ ਸਦਾ ਸੁਖਾਲੇ। ਭਗਤ ਜੀ ਕਹਿੰਦੇ ਜਿਹੜੀ ਰਾਮ ਪਰਮਾਤਮਾ ਦੀ ਭਗਤੀ ਹੈ ਭਾਈ, ਉਹ ਸਦਾ ਸੌਖੀ ਹੈ, ਸੁਖਾਲੀ ਹੈ, ਸੁੱਖ ਵਾਲੀ ਕਰ ਦੇਣ ਵਾਲੀ ਹੈ। ਸੁਖਾਲੇ, ਸੁੱਖਾ ਆਲੇ, ਸੁੱਖਾਂ ਦਾ ਘਰ ਹੈ ਪਰਮਾਤਮਾ ਦੀ ਭਗਤੀ। ਜਿਹਨੇ ਵਾਹਿਗੁਰੂ ਦੀ ਬੰਦਗੀ ਕੀਤੀ ਹੈ ਉਹਨੂੰ ਸਾਰੇ ਹੀ ਸੁੱਖ ਮਿਲ ਜਾਂਦੇ ਨੇ। ਜਿੱਥੇ ਮਹਾਰਾਜ ਕਹਿੰਦੇ ਜਿਸ ਧਨ ਕੋ 4 ਕੁੰਟ ਉਠ ਧਾਵਹਿ, ਸੋ ਧਨ ਹਰ ਸੇਵਾ ਤੇ ਪਾਵਹਿ। ਜਿਸ ਸੁਖ ਕੋ ਨਿਤ ਬਾਛਹਿ ਬੀਤ, ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ। ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖਦ ਲਾਏ। ਇੰਨੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਨੇ, ਸਾਰੇ ਸੁੱਖ ਵੀ ਮਿਲ ਜਾਂਦੇ ਨੇ, ਧਨ ਦੌਲਤ ਵੀ ਪ੍ਰਾਪਤ ਹੋ ਜਾਂਦੀ ਹੈ, ਸੋਭਾ ਵਡਿਆਈ ਵੀ ਮਿਲ ਜਾਂਦੀ ਹੈ, ਸਰੀਰ ਵੀ ਅਰੋਗ ਹੋ ਜਾਂਦੇ ਨੇ। ਰਾਮ ਪਰਮਾਤਮਾ ਦੀ ਭਗਤੀ ਕਰਕੇ ਸਦਾ ਹੀ ਸੁੱਖਾਂ ਦੇ ਘਰ ਹੋ ਜਾਈਦਾ ਹੈ। ਜਲ ਮਹਿ ਮੀਨ ਮਾਇਆ ਕੇ ਬੇਤੇ। ਹੁਣ ਭਗਤ ਜੀ ਮਾਇਆ ਕਿਸ ਤਰ੍ਹਾਂ ਸੰਸਾਰ ਅੰਦਰ ਵਰਤਦੀ ਹੈ। ਸਾਰੇ ਹੀ ਜੀਵ ਇਸ ਮਾਇਆ ਨੇ ਮੋਹੇ ਹੋਏ ਨੇ, ਉਹ ਸਾਡੇ ਤਾਈਂ ਉਪਦੇਸ਼ ਬਖਸ਼ਿਸ਼ ਕਰਦੇ ਨੇ। ਜਲ ਮਹਿ ਮੀਨ, ਭਗਤ ਜੀ ਕਹਿੰਦੇ ਜੋ ਪਾਣੀ ਦੇ ਵਿੱਚ ਮੀਨ ਮੱਛ ਹੈ, ਮੱਛੀ ਹੈ, ਮਾਇਆ ਕੇ ਬੇਦੇ। ਇਹ ਵੀ ਭਾਈ ਮਾਇਆ ਦੇ ਵਿੰਨੇ ਹੋਏ ਨੇ। ਮੱਛੀ ਨੂੰ ਦੇਖੋ ਮਾਇਆ ਲੱਗੀ ਹੋਈ ਹੈ ਕਿ ਉਹ ਪਾਣੀ ਦੇ ਵਿੱਚ ਬੜੀ ਪ੍ਰੀਤ ਕਰਦੀ ਹੈ। ਮੱਛੀ ਨੂੰ ਮਾਇਆ ਲੱਗੀ ਹੋਈ ਹੈ ਕਿ ਉਹ ਚੰਚਲ ਹੁੰਦੀ ਹੈ ਸਾਧ ਸੰਗਤ ਰਸ ਦੇ ਵਿੱਚ। ਮੱਛੀ ਦੇ ਅੰਦਰ ਰਸ ਹੁੰਦਾ ਹੈ। ਜਦੋਂ ਕੋਈ ਕੁੰਡੀ ਨੂੰ ਥੋੜ੍ਹਾ ਜਿਹਾ ਆਟਾ ਲਾ ਕੇ ਜਾਂ ਹੋਰ ਕੋਈ ਪਦਾਰਥ ਲਾ ਕਰਕੇ ਮਛੇਰਾ ਪਾਣੀ ਵਿੱਚ ਸੁੱਟ ਦਿੰਦਾ ਹੈ ਅਤੇ ਮੱਛੀ ਉਸ ਨੂੰ ਨਿਗਲਣ ਦੀ ਕੋਸ਼ਿਸ਼ ਕਰਦੀ ਹੈ। ਜਦੋਂ ਨਿਗਲ ਲੈਂਦੀ ਹੈ ਅਤੇ ਉਹ ਕੁੰਡੀ ਉਹਦੇ ਮੂੰਹ ਵਿੱਚ ਫਸ ਜਾਂਦੀ ਹੈ। ਇਹ ਮੱਛੀ ਦਾ ਸੁਭਾਅ ਹੀ ਹੁੰਦਾ ਹੈ ਕਿ ਉਹ ਜੋ ਵੀ ਉਹਨੂੰ ਅੱਖਾਂ ਦੇ ਸਾਹਮਣੇ ਦਿਸੇ ਉਹਨੂੰ ਨਿਗਲਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੀ ਮੱਛੀ ਹੈ ਨਾ ਪਾਣੀ ਦੇ ਵਿੱਚ, ਉਹ ਵੀ ਮਾਇਆ ਨੇ ਬਿੰਨੀ ਹੋਈ ਹੈ। ਜਲ ਨਾਮ ਹੈ ਪਾਣੀ ਦਾ। ਸੰਸਾਰ ਦੇ ਵਿੱਚ ਪਦਾਰਥਾਂ ਰੂਪ ਪਾਣੀ ਦੇ ਵਿੱਚ ਜਿਹੜੇ ਜੀਵ ਵਿਸ਼ਈ ਹਨ, ਉਹਨਾਂ ਦੇ ਮਨ ਜਿਹੜੇ ਨੇ ਮੱਛੀ ਦੀ ਤਰ੍ਹਾਂ ਚੰਚਲ ਹਨ ਅਤੇ ਮਾਇਆ ਦੇ ਵਿੱਚ ਬਿੰਨੇ ਹੋਏ ਨੇ। ਪਦਾਰਥਾਂ ਨੇ ਆਪਣੇ ਵਿੱਚ ਉਹਨਾਂ ਨੂੰ ਲਾਇਆ ਹੋਇਆ ਹੈ। ਦੀਪਕ ਪਤੰਗ ਮਾਇਆ ਕੇ ਛੇਤੇ। ਇਸ ਤਰ੍ਹਾਂ ਹੀ ਜਿਹੜਾ ਦੀਵਾ ਹੈ, ਦੀਵੇ ਦੀ ਲਾਟ ਨੂੰ ਦੇਖ ਕੇ ਪਤੰਗਾ ਜਿਹੜਾ ਹੈ ਸਾਧ ਸੰਗਤ, ਭਮੱਕੜ, ਉਹ ਆਉਂਦਾ ਹੈ ਔਰ ਦੀਵੇ ਦੀ ਲਾਟ ਦੇ ਵਿੱਚੋਂ ਦੀ ਨਿਕਲਦਾ। ਇਸ ਤਰ੍ਹਾਂ ਲਾਟ ਦੇ ਨਾਲ ਇੰਨਾ ਜ਼ਿਆਦਾ ਉਹਦਾ ਮਨ ਮਿਲਿਆ ਹੋਇਆ ਹੁੰਦਾ ਹੈ ਕਿ ਉਹਦੇ ਖੰਭ ਸੜ ਜਾਂਦੇ ਨੇ, ਉਹਦਾ ਸਰੀਰ ਸੜ ਜਾਂਦਾ ਹੈ, ਮਰ ਜਾਂਦਾ ਹੈ, ਪਰ ਉਹ ਲਾਟ ਦੇ ਨਾਲੋਂ ਆਪਣਾ ਪ੍ਰੇਮ ਨਹੀਂ ਛੱਡਦਾ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਜਿਹੜੇ ਵਿਸ਼ਈ ਜੀਵ ਨੇ ਸਾਧ ਸੰਗਤ, ਉਹ ਰੂਪ ਦੇਖਣ ਦਾ ਬਹੁਤ ਸ਼ੌਕੀਨ ਹੁੰਦੇ ਨੇ ਅਤੇ ਭਮੱਕੜ ਦੀ ਤਰ੍ਹਾਂ ਉਹਨਾਂ ਦਾ ਜਿਹੜਾ ਤਨ ਹੈ, ਸਰੀਰ ਮਾਇਆ ਕਰਦੇ ਕਰਕੇ ਕੱਟਿਆ ਜਾਂਦਾ ਹੈ ਛੇਦੇ। ਜਿਵੇਂ ਜਿਹੜਾ ਇੰਦਰ ਸੀ ਨਾ, ਉਹ ਗੌਤਮ ਰਿਖੀ ਦੇ ਘਰੇ ਆਇਆ ਅਤੇ ਗੌਤਮ ਰਿਖੀ ਤੋਂ ਫਿਰ ਸ਼ਰਾਪ ਵੀ ਲੈ ਲਿਆ ਅਤੇ ਸ਼ਰਾਪ ਕੀ ਦਿੱਤਾ ਕਿ ਤੇਰੇ 1000 ਭਗਾਂ ਹੋ ਜਾਣ, ਅਤੇ ਸਰੀਰ ਸਾਰਾ ਹੀ ਫੁੱਟ ਗਿਆ। ਅਤੇ ਫਿਰ ਸ਼ਰਮ ਦਾ ਮਾਰਾ ਮਾਨ ਸਰੋਵਰ ਅਤੇ ਕਮਲ ਦੀ ਬਗੀਚਿਆਂ ਦੇ ਵਿੱਚ ਲੁਕ ਗਿਆ। ਇਸ ਤਰ੍ਹਾਂ ਜਿਹੜੇ ਵਿਸ਼ਈ ਜੀਵ ਨੇ ਉਹਨਾਂ ਦੇ ਤਾਈਂ ਮਾਇਆ ਨੇ ਛੇਦੇ ਕੱਟਣਾ ਕੀਤਾ ਭਮੱਕੜ ਦੀ ਤਰ੍ਹਾਂ। ਕਾਮ ਮਾਇਆ ਕੁੰਚਰ ਕੋ ਪਿਆਸੈ। ਜਿਹੜੀ ਕਾਮ ਵਾਸਨਾ ਹੈ, ਇਹ ਮਾਇਆ ਕੁੰਚਰ ਨਾਮ ਹਾਥੀ ਦੇ ਤਾਈਂ ਲੱਗੀ ਹੋਈ ਹੈ। ਜਿਵੇਂ ਹਾਥੀ ਕਿੰਨਾ ਬਲਵਾਨ ਹੁੰਦਾ ਹੈ, ਤਾਕਤਵਰ ਹੁੰਦਾ ਹੈ,
ਪਰ ਉਸ ਨੂੰ ਫੜਨ ਵਾਸਤੇ ਜਿਹੜੇ ਸ਼ਿਕਾਰੀ ਨੇ ਇੱਕ ਬਹੁਤ ਵੱਡਾ ਤੇ ਡੂੰਘਾ ਟੋਆ ਪੱਟ ਲੈਂਦੇ। ਉਸ ਟੋਏ ਦੇ ਉੱਪਰ ਕਾਨੇ ਵਿਛਾ ਕਰਕੇ ਘਾਹ ਖਿਲਾਰ ਦਿੰਦੇ ਨੇ ਤੇ ਉਸ ਘਾਹ ਦੇ ਉੱਪਰ ਇੱਕ ਗੱਤੇ ਦੀ ਹਥਨੀ ਬਣਾ ਕੇ ਖੜੀ ਕਰ ਦਿੰਦੇ ਨੇ। ਜਦੋਂ ਹਾਥੀ ਦੇਖਦਾ ਹਥਨੀ ਦੇ ਤਾਈਂ ਤੇ ਦੌੜਿਆ ਹੋਇਆ ਆਉਂਦਾ ਉਧਰ ਨੂੰ ਔਰ ਸਿੱਧਾ ਆ ਕੇ ਟੋਏ ਵਿੱਚ ਡਿੱਗ ਪੈਂਦਾ। ਫਿਰ ਉਸ ਹਾਥੀ ਦੇ ਤਾਈਂ ਬਹੁਤ ਤਕਰੀਬਨ ਮਹੀਨਾ ਭੁੱਖਾ ਰੱਖਿਆ ਜਾਂਦਾ। ਜਦੋਂ ਕਮਜ਼ੋਰ ਹੋ ਜਾਂਦਾ ਫਿਰ ਉਹਨੂੰ ਕੁੱਟਿਆ ਜਾਂਦਾ ਬਹੁਤ। ਭੁੱਖੇ ਹਾਥੀ ਨੂੰ ਫਿਰ ਮੁਹਾਵਤ ਆਪਣੀ ਬੋਲੀ ਸਿਖਾਉਂਦੇ ਨੇ ਤੇ ਕੰਮ ਲੈਂਦੇ ਨੇ, ਥੋੜ੍ਹਾ ਜਿਹਾ ਭੋਜਨ ਦੇ ਕੇ ਉਹ ਤੋਂ ਕੰਮ ਲੈਂਦੇ ਨੇ। ਇਸ ਤਰ੍ਹਾਂ ਉਹਨੂੰ ਹੌਲੀ ਹੌਲੀ ਆਪਣੇ ਅਨੁਸਾਰ ਗਝਾ ਲੈਂਦੇ ਨੇ ਤੇ ਉਹ ਬਲਵਾਨ ਤੇ ਤਕੜਾ ਹਾਥੀ ਇੱਕ ਕਾਮ ਵਾਸ਼ਨਾ ਨੂੰ ਪੂਰੀ ਕਰਨ ਵਾਸਤੇ ਟੋਏ ਵਿੱਚ ਡਿੱਗ ਕੇ ਮੁਹਾਵਤ ਸ਼ਿਕਾਰੀਆਂ ਦਾ ਜਾਲ ਵਿੱਚ ਫਸ ਜਾਂਦਾ ਹੈ। ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਮਾਇਆਧਾਰੀ ਜੀਵ ਨੇ, ਹੰਕਾਰੀ ਜੀਵ ਨੇ, ਉਹ ਸਾਧ ਸੰਗਤ ਕਾਮ ਵਾਸ਼ਨਾ, ਕਾਮਨਾ ਦੇ ਅਧੀਨ ਹੋ ਕੇ ਇਸ ਤਰ੍ਹਾਂ ਮਾਇਆ ਨੇ ਵਿੰਨ੍ਹੇ ਹੋਏ ਨੇ। ਇਹਨਾਂ ਦੇ ਤਾਈਂ ਜਿਹੜੀ ਵਾਸ਼ਨਾ ਮਾਇਆ ਰੂਪ ਹੋ ਕੇ ਲੱਗੀ ਹੋਈ ਹੈ। ਭਯੰਗਮ ਕਹਿੰਦੇ ਨੇ ਸੱਪ ਨੂੰ। ਜਿਹੜੇ ਸੱਪ ਨੇ ਉਹਨਾਂ ਨੂੰ ਬੀਨ ਵਜਾ ਕਰਕੇ ਜੋਗੀ ਫੜ ਲੈਂਦੇ ਨੇ ਔਰ ਸੱਪ ਤੋਂ ਕਿੰਨਾ ਡਰ ਲੱਗਦਾ, ਪਰ ਜਿਹੜੇ ਜੋਗੀ ਨੇ ਉਹਨੂੰ ਵੱਸ ਵਿੱਚ ਕਰ ਲੈਂਦੇ ਨੇ। ਇਹ ਵੀ ਮਾਇਆ ਵਿੱਚ ਹੀ ਖਪੇ ਹੋਏ ਨੇ। ਭਰੰਗ ਜਿਹੜੇ ਭੌਰੇ ਨੇ ਉਹ ਵੀ ਸੁਗੰਧੀ ਲੈਣ ਵਿੱਚ ਤੇ ਮਾਇਆ ਵਿੱਚ ਹੀ ਖਪੇ ਹੋਏ ਹਨ। ਭਯੰਗਮ ਸੱਪ ਦੀ ਤਰ੍ਹਾਂ ਜਿਹੜੇ ਮਾਇਆਧਾਰੀ ਜੀਵ ਨੇ, ਜਿਨ੍ਹਾਂ ਦਾ ਮਨ ਹਰ ਸਮੇਂ ਸੱਪ ਦੀ ਤਰ੍ਹਾਂ ਅੰਦਰੋਂ ਸੜਦਾ ਹੀ ਰਹਿੰਦਾ ਹੈ, ਈਰਖਾ ਦੇ ਨਾਲ, ਕ੍ਰੋਧ ਦੇ ਨਾਲ, ਉਹਨਾਂ ਦਾ ਮਨ ਜਿਹੜਾ ਹੰਕਾਰ ਦੀ ਜ਼ਹਿਰ ਦੇ ਨਾਲ ਸੜਦਾ ਹੀ ਰਹਿੰਦਾ ਹੈ, ਉਹ ਵੀ ਸਾਧ ਸੰਗਤ ਮਾਇਆ ਵਿੱਚ ਵਿਕਾਰਾਂ ਦੇ ਅੰਦਰ ਖਪੇ ਪਏ ਨੇ। ਇਸ ਤਰ੍ਹਾਂ ਹੀ ਜਿਹੜੇ ਭਰੰਗ ਭੌਰੇ ਦੀ ਤਰ੍ਹਾਂ ਜੀਵ, ਜਿਹੜੇ ਵੇਸਵਾ ਦੇ ਰੂਪ ਦੇਖ ਕਰਕੇ ਤੇ ਉੱਥੇ ਜਿਹੜੇ ਸੱਪਾਂ ਦੀ ਨਿਆਈ ਜੀਵ ਹਨ, ਉਹ ਤਾਂ ਸਾਧ ਸੰਗਤ ਜਿਵੇਂ ਸੱਪ ਬੀਨ ਵਜਾਉਣ ਦੇ ਨਾਲ ਵਸ ਹੋ ਜਾਂਦਾ, ਵੇਸਵਾ ਦੇ ਨਾਚ ਦੇਖ ਕੇ ਉਹ ਖੁਸ਼ ਹੁੰਦੇ ਨੇ, ਗਾਣੇ ਸੁਣ ਕੇ। ਜਿਵੇਂ ਅੱਜ ਕੱਲ੍ਹ ਗਾਣੇ ਚੱਲਦੇ ਟੀਵੀਆਂ 'ਤੇ, ਨਚਾਰਾਂ ਨੂੰ ਦੇਖਦੇ ਨੇ, ਉਹ ਬੜੇ ਖੁਸ਼ ਹੁੰਦੇ ਨੇ, ਉਹ ਮੋਹੇ ਜਾਂਦੇ ਹਨ। ਤੇ ਇਸ ਤਰ੍ਹਾਂ ਹੀ ਜਿਹੜਾ ਭਰੰਗ ਭੌਰਾ ਹੈ, ਜਿਵੇਂ ਸੁਗੰਧੀ ਵਿੱਚ ਫਸ ਜਾਂਦਾ ਤੇ ਵੇਸਵਾ ਦੇ ਕੋਲ ਜਾ ਕਰਕੇ ਉਹਦੀ ਸੰਗਤ ਕਰਦੇ ਨੇ, ਵਿਸ਼ਿਆਂ ਦੀ ਸੁਗੰਧੀ ਵਿੱਚ ਖਪੇ ਪਏ ਹਨ। ਮਾਇਆ ਐਸੀ ਮੋਹਣੀ ਭਾਈ। ਭਗਤ ਕਬੀਰ ਜੀ ਕਹਿੰਦੇ ਭਾਈ ਸੰਸਾਰ ਵਿੱਚ ਜਿਹੜੀ ਮਾਇਆ ਹੈ ਇਸ ਤਰ੍ਹਾਂ ਦੀ ਮੋਹ ਲੈਣ ਵਾਲੀ ਹੈ ਸਾਰੇ ਜੀਵਾਂ ਦੇ ਤਾਈਂ। ਜਿੰਨੇ ਵੀ ਸੰਸਾਰ ਵਿੱਚ ਜੀਵ ਹਨ, ਵੱਡੇ ਛੋਟੇ, ਸਾਰੇ ਹੀ ਮਾਇਆ ਨੇ ਡਹਿਕਾਈ ਡੰਗੇ ਹੋਏ ਹਨ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਜਿਹੜੇ ਪੰਛੀ ਹਨ, ਇਹ ਵੀ ਸਾਧ ਸੰਗਤ ਚੋਗਾ ਦੇਖ ਕੇ ਭਾਵੇਂ ਜਾਲ ਹੀ ਲੱਗਿਆ ਹੋਵੇ ਫਸ ਜਾਂਦੇ ਨੇ, ਮਾਇਆ ਵਿੱਚ ਲੱਗੇ ਹੋਏ ਨੇ। ਇਸ ਤਰ੍ਹਾਂ ਹਿਰਨ ਜਿਹੜੇ ਹਨ, ਉਹਨਾਂ ਨੂੰ ਸ਼ਿਕਾਰੀ ਘੰਡੇ ਹੇੜੇ ਦਾ ਸ਼ਬਦ ਸੁਣਾਉਂਦਾ ਤੇ ਆਪਣੇ ਜਾਲ ਵਿੱਚ ਫਸਾ ਲੈਂਦਾ, ਫੜ ਲੈਂਦਾ। ਪੰਖੀਆਂ ਦੀ ਤਰ੍ਹਾਂ ਹੀ ਜਿਹੜੇ ਸਿੱਧ ਉੱਡਣ ਵਾਲੇ ਨੇ, ਰਿੱਧੀਆਂ ਸਿੱਧੀਆਂ ਦੇ ਨਾਲ, ਜਿਨ੍ਹਾਂ ਨੂੰ ਵਿਦ ਨਖੇਧ ਰੂਪ ਖੰਭ ਲੱਗੇ ਹੋਏ ਨੇ, ਉਹ ਵੀ ਸਤਿਗੁਰੂ ਮਹਾਰਾਜ ਕਹਿੰਦੇ ਲੋਕਾਂ ਦੇ ਤਾਈਂ ਰਿੱਧੀਆਂ ਸਿੱਧੀਆਂ ਦਿਖਾਉਣ ਵਿੱਚ ਹੀ ਲੱਗੇ ਪਏ ਨੇ, ਮਾਇਆ ਵਿੱਚ ਹੀ ਰੰਗੇ ਹੋਏ ਹਨ। ਜਿਹੜੇ ਹਿਰਨਾਂ ਦੀ ਤਰ੍ਹਾਂ ਬਾਨਪ੍ਰਸਤ ਜੰਗਲਾਂ ਵਿੱਚ ਰਹਿਣ ਵਾਲੇ ਨੇ, ਉਹ ਵੀ ਲੋਕਾਂ ਦੇ ਤਾਈਂ ਮਾਇਆ ਵਿੱਚ ਹੀ ਲੱਗ ਕਰਕੇ ਖਪੇ ਹੋਏ ਹਨ, ਆਪਣੀਆਂ ਸ਼ਕਤੀਆਂ ਦਿਖਾਉਂਦੇ ਨੇ, ਵਰ ਸ਼ਰਾਪ ਦਿੰਦੇ ਹਨ। ਜਿਹੜੇ ਸ਼ੱਕਰ ਹੁੰਦੀ ਹੈ ਨਾ, ਜਾਂ ਸ਼ਹਿਦ ਹੁੰਦਾ ਹੈ, ਤੇ ਉਹਦੇ ਕਰਕੇ ਜਿਹੜੀ ਮੱਖੀ ਹੈ ਨਾ, ਜਦੋਂ ਆ ਕਰਕੇ ਬੈਠਦੀ ਹੈ ਸ਼ਹਿਦ ਦੇ ਉੱਪਰ ਜਾਂ ਗੁੜ ਦੇ ਉੱਪਰ, ਤੇ ਉਹਦੇ ਜਿਹੜੀਆਂ ਲੱਤਾਂ ਨੇ ਸਾਧ ਸੰਗਤ, ਉਹ ਸ਼ਹਿਦ ਵਿੱਚ ਖੁੱਭ ਜਾਂਦੀਆਂ ਨੇ, ਗੁੜ ਦੇ ਵਿੱਚ
ਖੁੱਭ ਜਾਂਦੀਆਂ ਨੇ, ਉੱਡਿਆ ਨਹੀਂ ਜਾਂਦਾ ਉਹਦੇ ਕੋਲੋਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਅਧਿਕ ਸੰਤਾਪੇ, ਬਹੁਤਾ ਉਸ ਨੂੰ ਸੰਤਾਪ ਦੁੱਖ ਹੁੰਦਾ ਹੈ। ਤੇ ਜਿਹੜਾ ਜੀਵ ਹੈ ਇਹ ਵੀ ਸਾਧ ਸੰਗਤ ਜਿਹੜਾ ਸੰਸਾਰ ਦੇ ਵਿੱਚ ਪਦਾਰਥ ਤੇ ਮਾਇਆ ਇਹ ਸ਼ਹਿਦ ਦੀ ਤਰ੍ਹਾਂ ਖਿਲਰਿਆ ਹੋਇਆ ਹੈ। ਜੀਵ ਜਿਹੜਾ ਹੈ ਇਹਦੇ ਵਿਦ ਤੇ ਨਖੇਧ ਰੂਪ ਜਿਹੜੇ ਖੰਭ ਹਨ ਇਹਦੇ ਵਿੱਚ ਖੁੱਭ ਜਾਂਦੇ ਨੇ। ਜੀਵ ਮਾਇਆ ਦੇ ਮੋਹ ਵਿੱਚ ਲੱਗ ਕਰਕੇ ਪਦਾਰਥਾਂ ਦੀ ਇੱਛਾ ਰੱਖਦਾ ਹੈ ਕਿ ਮੈਨੂੰ ਆਹ ਪਦਾਰਥ ਮਿਲ ਜਾਣ, ਮੇਰਾ ਹੁਣ ਆਹ ਕੰਮ ਪੂਰਾ ਹੋ ਜੇ, ਮੇਰਾ ਹੁਣ ਆਹ ਜਿਹੜਾ ਕੰਮ ਪੂਰਾ ਹੋ ਜੇ, ਮੈਨੂੰ ਆਹ ਕੁਝ ਮਿਲ ਜਾਵੇ। ਇਸ ਤਰ੍ਹਾਂ ਇਹਦੇ ਅੰਦਰ ਇੱਛਾ ਬਣੀ ਰਹਿੰਦੀ ਹੈ। ਤੇ ਅਧਿਕ ਸੰਤਾਪੇ, ਜਿਸ ਕਰਕੇ ਬਹੁਤਾ ਸੰਤਾਪ ਹੁੰਦਾ ਹੈ, ਦੁੱਖ ਹੁੰਦਾ ਹੈ। ਤੁਰੇ ਘੋੜੇ ਤੇ ਉਸ਼ਟ ਕਹਿੰਦੇ ਨੇ ਊਠ, ਇਹ ਵੀ ਸਤਿਗੁਰੂ ਕਹਿੰਦੇ ਮਾਇਆ ਵਿੱਚ ਭੇਲਾ ਮਿਲੇ ਹੋਏ ਨੇ। ਤੁਰੇ ਘੋੜਿਆਂ ਦੀ ਨਿਆਈ ਜਿਹੜੇ ਬਹੁਤੇ ਜ਼ੋਰ ਵਾਲੇ ਨੇ, ਕਹਿੰਦੇ ਵੀ ਅਸੀਂ ਤਾਂ ਇੰਨੇ ਜ਼ੋਰ ਵਾਲੇ ਆ ਕਿ ਫਲਾਣੇ ਨੂੰ ਵੀ ਢਾਹ ਲਈਦਾ, ਉਹ ਵੀ ਸਤਿਗੁਰੂ ਕਹਿੰਦੇ ਮਾਇਆ ਵਿੱਚ ਹੀ ਮਿਲੇ ਹੋਏ ਨੇ। ਮਾਇਆ ਵਾਸਤੇ ਕੇਵਲ ਸਰੀਰ ਨੂੰ ਹੀ ਬਲਵਾਨ ਕਰਨ ਤੇ ਲੱਗੇ ਹੋਏ ਨੇ, ਸਰੀਰ ਨੂੰ ਹੀ ਖਵਾ ਪਿਆ ਕੇ ਤਕੜਾ ਰੱਖਦੇ ਨੇ। ਉਸ਼ਟ ਜਿਹੜੇ ਊਠਾਂ ਦੀ ਤਰ੍ਹਾਂ ਹਨ, ਜਿਵੇਂ ਊਠ ਚੰਚਲ ਮੰਨਿਆ ਜਾਂਦਾ ਹੈ ਨਾ, ਊਠ ਦਾ ਬੱਚਾ ਸਭ ਤੋਂ ਵੱਧ ਚੰਚਲ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਮਨ ਜਿਹੜਾ ਹੈ ਮਾਇਆ ਵਿੱਚ ਮਿਲਿਆ ਹੋਇਆ ਹੈ। ਜਿਹੜੇ 84 ਸਿੱਧ ਮੰਨੇ ਜਾਂਦੇ ਨੇ, ਇਹ ਵੀ ਸਤਿਗੁਰੂ ਮਹਾਰਾਜ ਕਹਿੰਦੇ ਸਿੱਧੀਆਂ ਵਾਲੇ ਮਾਇਆ ਵਿੱਚ ਹੀ ਖੇਡਦੇ ਹਨ। ਰਿੱਧੀਆਂ ਸਿੱਧੀਆਂ ਦੇ ਨਾਲ ਲੋਕਾਂ ਨੂੰ ਆਪਣੀਆਂ ਸ਼ਕਤੀਆਂ ਦਿਖਾ ਕੇ ਪੂਜਾ ਕਰਾਈ ਜਾਂਦੇ ਹਨ। 6 ਜਤੀ ਮੰਨੇ ਜਾਂਦੇ ਨੇ, ਜਿਨ੍ਹਾਂ ਵਿੱਚ ਹਨੂਮਾਨ, ਲਛਮਣ ਤੇ ਗੋਰਖਨਾਥ ਤੇ ਭੀਸ਼ਮ ਪਿਤਾਮਾ ਇਤਿਆਦਿਕ। ਸਤਿਗੁਰੂ ਮਹਾਰਾਜ ਕਹਿੰਦੇ ਮਾਇਆ ਕੇ ਬੰਦਾ, ਇਹ ਵੀ ਮਾਇਆ ਦੇ ਹੀ ਬੰਦੇ ਹਨ ਸਾਧ ਸੰਗਤ। ਜਿਵੇਂ ਗੋਰਖਨਾਥ ਦੇ ਕੋਲ ਇੱਕ ਬੀਬੀ ਨੇ ਬੇਨਤੀ ਕੀਤੀ, ਕਿਹਾ ਬੀਬੀ ਮੈਂ ਤਾਂ ਜਤੀ ਹਾਂ, ਪਰ ਤੇਰੇ ਨਾਂ ਤੇ ਮੈਂ ਆਪਣਾ ਪੰਥ ਜ਼ਰੂਰ ਚਲਾ ਦੇਵਾਂਗਾ। ਇਸ ਤਰ੍ਹਾਂ ਹੀ ਸਾਧ ਸੰਗਤ ਜਿਹੜੇ ਇਹ ਜਿਵੇਂ ਲਛਮਣ ਜੀ ਨੇ 12 ਸਾਲ ਜਤ ਰੱਖਿਆ ਸੀ ਤੇ ਉਸ ਤੋਂ ਬਾਅਦ ਗ੍ਰਸਥ ਧਾਰਨ ਕੀਤਾ ਸੀ। ਸਤਿਗੁਰੂ ਮਹਾਰਾਜ ਕਹਿੰਦੇ ਇਹ ਵੀ ਭਾਈ ਮਾਇਆ ਦੇ ਹੀ ਬੰਦੇ ਹਨ। 9 ਨਾਥ ਮੰਨੇ ਜਾਂਦੇ ਨੇ, ਪ੍ਰਾਣਨਾਥ, ਗੋਪੀਨਾਥ, ਸੂਰਤਨਾਥ, ਮੰਗਲਨਾਥ, ਮਸ਼ਿੰਦਰਨਾਥ, ਗੋਰਖਨਾਥ, ਘੁੱਗੂਨਾਥ ਤੇ ਅੰਬਨਾਥ। ਇਹ ਜਿਹੜੇ 9 ਨਾਥ ਨੇ ਸਤਿਗੁਰੂ ਕਹਿੰਦੇ ਇਹ ਵੀ ਭਾਈ ਮਾਇਆ ਦੇ ਹੀ ਬਣਾਏ ਹੋਏ ਨੇ। ਜਿਹੜਾ ਸੂਰਜ ਅਰ ਚੰਦਾ, ਸੂਰਜ ਦੀ ਸਾਖੀ ਤੁਸੀਂ ਪਹਿਲਾਂ ਥੋੜ੍ਹੇ ਦਿਨ ਪਹਿਲਾਂ ਸੁਣ ਚੁੱਕੇ ਹੋ। ਤੇ ਇਸ ਤਰ੍ਹਾਂ ਹੀ ਚੰਦਰਮਾ ਸੀ, ਇਹਨੇ ਵੀ ਜਿਹੜਾ ਇੰਦਰ ਸੀ ਇਹਦੀ ਮਦਦ ਕੀਤੀ ਸੀ। ਤੇ ਸਤਿਗੁਰੂ ਕਹਿੰਦੇ ਇਹ ਸਾਰੇ ਹੀ ਜਿੰਨੇ ਵੀ ਤਪ ਕਰਨ ਵਾਲੇ ਹਨ, ਤਪ ਜਿਹੜੇ ਤਪੇਸ਼ਵਰ ਹਨ, ਜਿਵੇਂ ਜਿਹੜੇ ਪੁੱਠੇ ਰੜਕ ਕੇ ਤਪ ਕਰਦੇ ਨੇ, ਧੂਣੀਆਂ ਤਪਾ ਕੇ ਤਪ ਕਰਦੇ ਹਨ, ਜਲ ਧਾਰੇ ਕਰਕੇ ਤਪ ਕਰਦੇ ਹਨ। ਤੇ ਇਸ ਤਰ੍ਹਾਂ ਹੀ ਨਾਂਗੇ ਸਾਧੂ ਮੰਨੇ ਜਾਂਦੇ ਨੇ। ਤੇ ਰਖੀਸਰ ਜਿਹੜੇ ਰਿਖੀਆਂ ਦੇ ਈਸ਼ਰ, ਜਿਹੜੇ ਸਾਧ ਸੰਗਤ ਆਪਣੀਆਂ ਸਰੀਰ ਦੀਆਂ ਰਿਖੀ ਕਹਿੰਦੇ ਨੇ ਇੰਦਰੀਆਂ ਨੂੰ, ਇੰਦਰੀਆਂ ਤੇ ਵੱਸ ਕਰ ਲੈਣ, ਜਾਂ ਜੰਗਲ ਵਿੱਚ ਰਹਿ ਕਰਕੇ ਤਪ ਕਰਨ ਤੇ ਸੰਸਾਰ ਦੇ ਲੋਕਾਂ ਨੂੰ ਆ ਕੇ ਪਿੰਡਾਂ ਵਿੱਚ ਉਪਦੇਸ਼ ਦੇਣ, ਇਹ ਰਿਖੀ ਹੁੰਦੇ ਹਨ। ਜਿੰਨੇ ਵੀ ਤਪੀ ਹਨ ਤੇ ਰਿਖੀ ਹਨ, ਮਾਇਆ ਮਹਿਸੂਤਾ, ਸਾਰੇ ਮਾਇਆ ਵਿੱਚ ਹੀ ਸੁੱਤੇ ਪਏ ਨੇ, ਮਾਇਆ ਨੂੰ ਹੀ ਚਾਹੁੰਦੇ ਹਨ। ਭਗਤ ਜੀ ਕਹਿੰਦੇ ਭਾਈ ਮਾਇਆ ਦੇ ਵਿੱਚ ਕਾਲ ਨਾਮ ਹੈ ਜਮ ਰਾਜਾ। ਜਿਹੜਾ ਜਮ ਰਾਜਾ ਉਹ ਵੀ ਮਾਇਆ ਵਿੱਚ ਹੀ ਹੈ। ਤੇ 5 ਦੂਤਾ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਦੂਤ ਮੰਨੇ ਜਾਂਦੇ ਨੇ। ਜਾਂ ਅਜਰਾਈਲ, ਨੇਕਾਈਲ, ਮੇਕਾਈਲ, ਅਸਰਾਈਲ, ਇਹ 5 ਮੰਨੇ ਜਾਂਦੇ ਨੇ। ਇਹ ਵੀ 5 ਦੂਤ ਮਾਇਆ ਵਿੱਚ ਹੀ ਹਨ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਸਿਆਲ ਕਹਿੰਦੇ ਨੇ ਗਿੱਦੜ ਨੂੰ। ਇਹ ਵੀ ਭਾਈ ਮਾਇਆ ਵਿੱਚ ਹੀ
ਰਾਤੇ ਮਿਲੇ ਹੋਏ ਹਨ। ਬੰਤਰ ਚੀਤੇ ਅਰ ਸੰਘਾਤਾ। ਇਹਦੇ ਤੋਂ ਸਾਰੇ ਜਾਨਵਰ ਲੈ ਲੈਣੇ ਸਾਧ ਸੰਗਤ। ਬੰਤਰ ਨਾਮ ਬਾਂਦਰਾਂ ਦਾ, 4 ਲੱਖ ਬਾਂਦਰਾਂ ਦੀ ਜਾਤੀਆਂ ਮੰਨੀ ਜਾਂਦੀ ਨੇ। 4 ਲੱਖ ਦਾ ਬਾਂਦਰੀ ਉਪਾਏ ਪੈਦਾ ਕੀਤੇ ਪਰਮਾਤਮਾ ਨੇ। ਤੇ ਚੀਤੇ ਅਰ ਸਿੰਘਾਤਾ, ਸਿੰਘਾਤਾ ਨਾਮ ਸ਼ੇਰ ਦਾ ਵੀ ਹੁੰਦਾ ਹੈ, ਤੇ ਇਸ ਤਰ੍ਹਾਂ ਹੀ ਸਰਬੇ ਦਾ ਨਾਮ ਵੀ ਹੁੰਦਾ ਹੈ। ਜਿੱਥੇ ਬਰਫ਼ ਪੈਂਦੀ ਹੈ ਉੱਥੇ ਹੈ ਕਿ ਇਹ 8 ਲੱਤਾਂ ਵਾਲਾ ਜਾਨਵਰ ਹੁੰਦਾ ਹੈ, ਸਰਬਾ। ਕਵੀਆਂ ਨੇ ਆਪਣੀ ਬੋਲੀ ਵਿੱਚ ਲਿਖਿਆ ਇਹ ਸ਼ੇਰ ਨੂੰ ਹੀ ਮਾਰ ਦਿੰਦਾ ਹੈ ਸਾਧ ਸੰਗਤ। ਇਹਦਾ ਸੁਭਾਅ ਕੀ ਹੁੰਦਾ ਹੈ ਕਿ ਸ਼ੇਰ ਦੇ ਸੁੱਤੇ ਪਏ ਸ਼ੇਰ ਦੇ ਉੱਪਰ ਚੜ੍ਹ ਜਾਣਾ ਔਰ ਉਹਦੇ ਉੱਪਰ ਆਪਣਾ ਪਿਸ਼ਾਬ ਕਰ ਦਿੰਦਾ ਹੈ, ਤੇ ਉਸ ਕਰਕੇ ਸ਼ੇਰ ਦੀ ਮੌਤ ਹੋ ਜਾਂਦੀ ਹੈ। ਮਹਾਂਪੁਰਖ ਦੱਸਿਆ ਕਰਦੇ ਇਹ ਸ਼ੇਰ ਨੂੰ ਹੀ ਮਾਰ ਦਿੰਦਾ ਹੈ। ਇਸ ਤਰ੍ਹਾਂ ਜਿੰਨੇ ਵੀ ਬਾਂਦਰ ਹਨ, ਚੀਤੇ ਹਨ, ਸਿੰਘਾਤਾ ਜਿਹੜੇ ਸ਼ੇਰ ਹਨ, ਤੇ ਸਰਬਾ ਆਦਿਕ ਜਾਨਵਰ। ਮਾਂਜਾਰ ਗਾਡਰ ਅਰ ਲੂਬਰਾ। ਮਾਂਜਾਰ ਕਹਿੰਦੇ ਨੇ ਬਿੱਲੇ ਦੇ ਤਾਈ, ਗਾਡਰ ਕਹਿੰਦੇ ਨੇ ਭੇਡਾਂ ਤਾਈ, ਅਰ ਲੂਬਰਾ ਤੇ ਜਿੰਨੇ ਵੀ ਲੂੰਬੜ ਹਨ। ਬਿਰਖ ਮੂਲ ਮਾਇਆ ਮਹਿ ਪਰਾ। ਬਿਰਖ ਜਿੰਨੇ ਵੀ ਰੁੱਖ ਹਨ, ਮੂਲ ਜੜ੍ਹਾਂ, ਮੂਲ ਦੇ ਸਹਿਤ ਰੁੱਖ, ਮਾਇਆ ਮਹਿ ਪਰਾ ਸਾਰੇ ਮਾਇਆ ਵਿੱਚ ਹੀ ਪਏ ਹਨ, ਭਾਵ ਇਹ ਸਾਰੇ ਮਾਇਆ ਵਿੱਚ ਹੀ ਬਣ ਰਹੇ ਹਨ। ਮਾਇਆ ਅੰਤਰ ਕੀਨੇ ਦੇਵ। ਭਗਤ ਜੀ ਕਹਿੰਦੇ ਭਾਈ ਜਿਹੜੇ ਦੇਵਤੇ ਹਨ, ਅਜਾਣ ਸੰਗਿਆ ਵਾਲੇ, ਨਰ ਸੰਗਿਆ ਵਾਲੇ, ਇਹ ਸਾਰੇ ਹੀ ਦੇਵਤੇ ਮਾਇਆ ਵਿੱਚ ਭੀਨੇ ਨਾਲ ਭਿੱਜੇ ਹੋਏ ਹਨ। ਸਾਗਰ ਇੰਦਰਾ ਅਰ ਧਰਤੀਵ। ਤੇ ਜਿੰਨੇ ਵੀ ਸਾਗਰ ਸਮੁੰਦਰ ਹਨ, ਸਮੁੰਦਰਾਂ ਵਿੱਚ ਰਹਿਣ ਵਾਲੇ ਜੀਵ, ਇੰਦਰਾ ਲక్ష్ਮੀ ਅਰ ਧਰਤੀਵ ਅਤੇ ਜਿੰਨੀ ਵੀ ਧਰਤੀ ਹੈ। ਕਹੇ ਕਬੀਰ ਜਿਸ ਉਦਰ ਤਿਸ ਮਾਇਆ। ਭਗਤ ਜੀ ਕਹਿੰਦੇ ਇਹ ਸਾਰੇ ਮਾਇਆ ਵਿੱਚ ਲੱਗੇ ਹੋਏ ਨੇ ਭਾਈ। ਜਿਸ ਉਦਰ ਤਿਸ ਮਾਇਆ, ਜਿਸ ਨੂੰ ਪਰਮਾਤਮਾ ਨੇ ਪੇਟ ਲਾ ਦਿੱਤਾ। ਹੁਣ ਦੇਖੋ ਹਰ ਬੰਦੇ ਨੂੰ, ਹਰ ਸ਼ੈ ਨੂੰ ਜਿਉਂਦਾ ਰਹਿਣ ਵਾਸਤੇ ਕੋਈ ਨਾ ਕੋਈ ਆਸਰਾ ਹੈ। ਜਿੰਨੇ ਵੀ ਜਾਨਵਰ ਨੇ, ਭਾਵੇਂ ਮਨੁੱਖ, ਜਿੰਨੀਆਂ ਵੀ ਜਾਤਾਂ ਨੇ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਲਦੀਆਂ ਨੇ ਤੇ ਉਹਨਾਂ ਦਾ ਵਜੂਦ ਹੁੰਦਾ ਹੈ। ਅਸੀਂ ਵੀ ਦੇਖੋ ਪਾਣੀ ਪੀਂਦੇ ਹਾਂ, ਭੋਜਨ ਖਾਂਦੇ ਹਾਂ, ਸਾਡਾ ਵੀ ਜੀਵਨ ਇਸ ਦੇ ਆਸਰੇ ਚੱਲਦਾ, ਸਵਾਸ ਲੈਂਦੇ ਹਾਂ। ਤੇ ਜਿਹੜੇ ਦਰਖਤ ਨੇ ਉਹ ਵੀ ਪਾਣੀ ਦੇ ਨਾਲ, ਜਿੰਨੀ ਬਨਸਪਤੀ ਹੈ ਪੈਦਾ ਹੁੰਦੀ ਹੈ, ਸੂਰਜ ਉਹਨਾਂ ਦੀ ਪ੍ਰਤੀਪਾਲਨਾ ਕਰਦਾ ਹੈ, ਰੁੱਤਾਂ ਬਦਲਦੀਆਂ ਨੇ, ਰੁੱਤਾਂ ਕਰਕੇ ਉਹਨਾਂ ਦਾ ਜੀਵਨ ਚੱਲਦਾ। ਐਂ ਹੀ ਹੈ ਨਾ, ਇਹ ਥੋੜ੍ਹੀ ਵੀ ਸਰਦੀ ਦੀ ਰੁੱਤ ਵਿੱਚ ਗਰਮੀ ਦਾ ਬੂਟਾ ਪੈਦਾ ਹੋ ਜਾਵੇਗਾ ਜਾਂ ਗਰਮੀ ਦੀ ਰੁੱਤ ਵਿੱਚ ਸਰਦੀ ਦਾ ਬੂਟਾ ਪੈਦਾ ਹੋ। ਹਰ ਮੌਸਮ ਵੀ ਪ੍ਰਭਾਵਿਤ ਕਰਦਾ। ਇਹ ਮਾਇਆ ਹੀ ਹੈ। ਸਤਿਗੁਰੂ ਕਹਿੰਦੇ ਚਾਰੇ ਪਾਸੇ ਜਿੰਨੀ ਘੁੰਮ ਰਹੀ ਹੈ, ਜਿਸ ਉਦਰ, ਜਿਸ ਨੂੰ ਪਰਮਾਤਮਾ ਨੇ ਪੇਟ ਲਾ ਦਿੱਤਾ, ਤਿਸ ਮਾਇਆ, ਉਹਨੂੰ ਮਾਇਆ ਹੀ ਚੰਬੇੜ ਦਿੱਤੀ ਹੈ। ਤਬ ਛੁਟੇ ਜਬ ਸਾਧੂ ਪਾਇਆ। ਭਗਤ ਕਬੀਰ ਜੀ ਕਹਿੰਦੇ ਭਾਈ ਉਦੋਂ ਛੁੱਟਾਂਗੇ, ਅਸੀਂ ਉਦੋਂ ਛੁੱਟੇ ਹਾਂ ਜਦੋਂ ਸਾਧੂ ਮਹਾਤਮਾ ਦੀ ਸੰਗਤ ਕੀਤੀ। ਮਾਇਆ ਵੱਲੋਂ ਆਪਣੇ ਆਪ ਨੂੰ ਉਪਰਾਮ ਕਰ ਲਿਆ, ਮਾਇਆ ਵੱਲੋਂ ਚਿੱਤ ਨੂੰ ਮੋੜ ਲਿਆ। ਮਾਇਆ ਵਿੱਚ ਜੀਵ ਰਹਿੰਦਾ ਹੈ, ਸਰੀਰ ਨੇ ਵੀ ਰਹਿਣਾ ਹੈ। ਸਰੀਰ ਦੇਖੋ ਇਹ ਮਾਇਆ ਇੱਕ ਚੀਜ਼ ਨਹੀਂ, ਇਕੱਲਾ ਪੈਸਾ ਮਾਇਆ ਨਹੀਂ ਹੁੰਦਾ। ਪੈਸਾ ਤਾਂ ਲੋੜ ਹੈ, ਇਹ ਤਾਂ ਸਾਰਿਆਂ ਦੇ ਵਰਤਣ ਵਾਸਤੇ ਹੈ। ਪਰ ਮਾਇਆ ਕੀ ਹੈ? ਮਹਾਰਾਜ ਕਹਿੰਦੇ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਉਹ ਹੈ ਜਿਹੜੀ ਤੈਨੂੰ ਪਰਮਾਤਮਾ ਨਾਲ ਭੁਲਾ ਦੇਵੇ, ਭਾਵੇਂ ਉਹ ਇਸਤਰੀ ਹੋਵੇ, ਭਾਵੇਂ ਪੁੱਤਰ ਹੋਵੇ, ਭਾਵੇਂ ਘਰ ਵਿੱਚ ਕੋਈ ਪਈ ਚੀਜ਼ ਹੋਵੇ, ਕੋਈ ਇੱਛਾ ਹੋਵੇ, ਜਿਹਨੇ ਤੈਨੂੰ ਪਰਮਾਤਮਾ ਵੱਲੋਂ ਭੁਲਾ ਦਿੱਤਾ, ਉਹ ਮਾਇਆ ਹੀ ਬਣ ਜਾਂਦੀ ਹੈ। ਸੋ ਜਿਹੜੇ ਗੁਰਮੁਖ ਨੇ ਉਹ ਆਪਣੇ ਚਿੱਤ ਨੂੰ ਪਰਮਾਤਮਾ ਨਾਲ ਜੋੜ ਕੇ ਸੰਸਾਰ ਵਿੱਚ ਜੀਵਨ ਬਤੀਤ ਕਰਦੇ ਨੇ, ਤਦੋਂ ਮਹਾਰਾਜ ਕਹਿੰਦੇ ਉਹ ਮਾਇਆ ਤੋਂ ਛੁੱਟ ਜਾਂਦੇ ਹਨ। ਔਰ ਭਗਤ ਜੀ ਕਹਿੰਦੇ ਅਸੀਂ ਵੀ ਜਦੋਂ ਸਾਧੂ ਮਹਾਤਮਾ ਦੀ ਸੰਗਤ ਕੀਤੀ, ਪ੍ਰਭੂ ਪਿਆਰਿਆਂ ਨਾਲ ਮਿਲੇ, ਤਦੋਂ ਮਾਇਆ ਤੋਂ ਛੁੱਟ ਗਏ। ਮਾਇਆ ਝੂਠੀ ਨਜ਼ਰ ਆ ਜਾਂਦੀ ਹੈ। ਜਿਹੜੀ ਚੀਜ਼ ਝੂਠੀ ਹੋਵੇ, ਹੁਣ ਦੇਖੋ ਕੱਚ ਪਿਆ ਹੁੰਦਾ, ਰਸਤੇ 'ਚ ਕੱਚ ਪਿਆ ਸੀ, ਚੱਕ ਕੇ ਜੇਬ 'ਚ ਥੋੜ੍ਹੀ ਪਾਉਂਦੇ, ਅਤੇ ਉੱਥੇ ਸੋਨੇ ਦੀ ਮੁੰਦਰੀ ਪਈ ਹੋਵੇ, ਨਾਲ ਦੀ ਨਾਲ ਹੀ ਜੇਬ 'ਚ ਪਾ ਲਓ। ਅਤੇ ਜੇ ਕਿਸੇ ਨੇ ਕਹਿਤਾ ਭਾਈ ਇੱਥੇ ਮੁੰਦਰੀ ਪਈ ਸੀ, ਨਹੀਂ ਮੈਨੂੰ ਤਾਂ ਮਿਲੀ ਨਹੀਂ, ਨਾਲ ਹੀ ਝੂਠ ਬੋਲਤਾ। ਕਿਉਂ? ਮਾਇਆ ਚੰਗੀ ਲੱਗਦੀ ਹੈ, ਸੋਨਾ ਚੰਗਾ ਲੱਗਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਤੂੰ ਆਪਣੀ ਬਿਰਤੀ ਇੱਕੋ ਜਿਹੀ ਕਰ ਲਈ, ਸੋਨੇ ਨੂੰ ਵੀ ਮਿੱਟੀ ਸਮਝ ਲਿਆ ਅਤੇ ਮਿੱਟੀ ਨੂੰ ਵੀ ਸੋਨਾ, ਪਰਮਾਤਮਾ ਨੂੰ ਮਿਲ ਜਾਏਗਾ,
ਇਹ ਉਦੋਂ ਜਦੋਂ ਸਾਧੂ ਨੂੰ ਪ੍ਰਾਪਤ ਕਰ ਲਿਆ, ਜਦੋਂ ਤੂੰ ਸੰਸਾਰ ਤੋਂ ਉਪਰਾਮ ਹੋ ਗਿਆ, ਸੰਸਾਰ ਨੂੰ ਝੂਠਾ ਤੇ ਇੱਕ ਪਰਮਾਤਮਾ ਨੂੰ ਸੱਚ ਸਮਝ ਲਿਆ, ਤਦੋਂ ਸਾਧੂ ਦੀ ਸੰਗਤ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰੀਦਾ ਹੈ। ਮਾਇਆ ਵਿੱਚੋਂ ਹੀ ਪਰਮਾਤਮਾ ਨੂੰ ਲੱਭ ਲਈਦਾ ਹੈ। ਮਾਇਆ ਇਸ ਤਰ੍ਹਾਂ ਸੰਸਾਰ ਅੰਦਰ ਵਰਤਦੀ ਹੈ। ਇਹ ਦੋ ਸ਼ਬਦਾਂ ਵਿੱਚ ਸਾਨੂੰ ਭਗਤ ਜੀ ਨੇ ਉਪਦੇਸ਼ ਬਖਸ਼ਿਆ ਹੈ ਕਿ ਇੱਕ ਤਾਂ ਪੱਥਰ ਦੀ ਪੂਜਾ ਨਹੀਂ ਕਰਨੀ, ਮੜੀਆਂ ਮਸਾਣਾਂ 'ਤੇ ਨਹੀਂ ਜਾਣਾ, ਕਿਉਂਕਿ ਪਰਮਾਤਮਾ ਹੀ ਸਾਰਿਆਂ ਦਾ ਮਾਲਕ ਹੈ। ਅਕਾਲ ਦੀ ਪੂਜਾ ਕਰਨੀ, ਠਾਕੁਰ ਹਮਰਾ ਸਦ ਬੋਲੰਤਾ, ਸਰਬ ਜੀਆ ਕੋ ਪ੍ਰਭ ਦਾਨ ਦੇਤਾ। ਦੂਜੇ ਸ਼ਬਦ ਅੰਦਰ ਭਗਤ ਜੀ ਨੇ ਮਾਇਆ ਦੱਸੀ ਹੈ ਕਿ ਕਿਸ ਤਰ੍ਹਾਂ ਜੀਵਾਂ ਨੂੰ ਡੰਗੀ ਜਾਂਦੀ ਹੈ। ਉਹ ਬਚੇ ਨੇ ਜਿਹੜੇ ਗੁਰਮੁਖਾਂ ਦੀ, ਪ੍ਰਭੂ ਪਿਆਰਿਆਂ ਦੀ ਸੰਗਤ ਕਰਦੇ ਨੇ। ਪ੍ਰਭੂ ਪਿਆਰਿਆਂ ਦੀ ਸੰਗਤ ਕਰੀਏ, ਨਾਮ ਜਪੀਏ, ਬਾਣੀ ਵਾਲਾ ਜੀਵਨ ਬਣਾਈਏ। ਸਤਿਗੁਰੂ ਸਾਰਿਆਂ 'ਤੇ ਕਿਰਪਾ ਕਰਨ। ਸਮਾਪਤੀ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ। ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ।